प्यारे विद्यार्थियों 10+1 बायोलॉजी ਦੀਆਂ ਆਨਲਾਈਨ ਕਲਾਸਿਸ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਤੁਸੀਂ YouTube ਚੈਨਲ ਲਰਨਰਸ ਬੋਹਾ ਤੇ ਮੇਰੇ ਕੋਲੋਂ ਬਾਇਓਲੋਜੀ ਸਬਜੈਕਟ ਪੜ੍ਹ ਰਹੇ ਹੋ। ਇਸ ਦੇ ਨਾਲ এনवायरमेंट ਐਜੂਕੇਸ਼ਨ ਸਬਜੈਕਟ ਵੀ ਇਸ ਚੈਨਲ ਦੇ ਥਰੂ ਬੇਟਾ ਮੇਰੇ ਤੋਂ ਤੁਸੀਂ ਪੜ੍ਹ ਰਹੇ ਹੋ। ਤਾਂ ਬੇਟਾ ਸਾਡਾ ਜੋ ਬਾਇਓਲੋਜੀ ਦਾ ਪੋਰਸ਼ਨ ਚੱਲ ਰਿਹਾ ਹੈ ਇਸ ਦੇ ਵਿੱਚ ਅਸੀਂ ਤੁਹਾਡਾ ਯੂਨਿਟ ਨੰਬਰ 3 ਕਰ ਰਹੇ ਹਾਂ। ਯੂਨਿਟ ਨੰਬਰ 3 ਦੇ ਵਿੱਚ ਬੇਟਾ ਅਸੀਂ ਹੁਣ ਤੱਕ ਸੈੱਲ ਦੇ ਸਟਰਕਚਰ ਬਾਰੇ ਪੜ੍ਹਿਆ ਹੈ, ਜਿਹਦੇ ਵਿੱਚ ਦੋ ਤਰ੍ਹਾਂ ਦੇ ਮੇਨਲੀ ਸੈੱਲ ਨੇ, ਪ੍ਰੋਕੈਰੀਓਟਿਕ ਸੈੱਲ ਐਜ਼ ਵੈਲ ਐਜ਼ ਯੂਕੈਰੀਓਟਿਕ ਸੈੱਲ। ਦੋਨਾਂ ਸੈੱਲਸ ਦੇ ਸਟਰਕਚਰ ਬਾਰੇ ਅਸੀਂ ਪੜ੍ਹਿਆ ਹੈ। ਇਹ 'ਚੋਂ ਪ੍ਰੋਕੈਰੀਓਟਿਕ ਸੈੱਲ ਦੇ ਸਟਰਕਚਰ ਨੂੰ ਡਿਟੇਲ ਦੇ ਵਿੱਚ ਅਸੀਂ ਸਟੱਡੀ ਕਰ ਚੁੱਕੇ ਹਾਂ। ਅੱਜ ਦਾ ਬੇਟਾ ਜੋ ਸਾਡਾ ਲੈਕਚਰ ਹੈਗਾ ਇਸ ਲੈਕਚਰ ਦੇ ਵਿੱਚ ਅਸੀਂ ਸਟੱਡੀ ਕਰਾਂਗੇ ਯੂਕੈਰੀਓਟਿਕ ਸੈੱਲ। ਯੂਕੈਰੀਓਟਿਕ ਸੈੱਲ ਦੇ ਜਿੰਨੇ ਵੀ ਕੰਪੋਨੈਂਟਸ ਨੇ ਉਹਨਾਂ ਕੰਪੋਨੈਂਟਸ ਨੂੰ ਅਸੀਂ ਬੇਟਾ ਪੜ੍ਹਨਾ ਹੈਗਾ। ਤਾਂ ਆਉਣ ਵਾਲੇ 2 ਜਾਂ 3 ਲੈਕਚਰਸ ਦੇ ਵਿੱਚ ਅਸੀਂ ਯੂਕੈਰੀਓਟਿਕ ਸੈੱਲ ਨੂੰ ਕੰਪਲੀਟ ਕਰਾਂਗੇ। ਕੋਈ ਕਾਹਲੀ ਨਹੀਂ ਕਰਨੀ, ਇੱਕ ਲੈਕਚਰ ਦੇ ਵਿੱਚ ਪੂਰਾ ਸੈੱਲ ਨਹੀਂ ਪੜ੍ਹਨਾ, ਤਾਂ ਇਸ ਨੂੰ ਪਾਰਟਸ ਦੇ ਵਿੱਚ ਪੜਾਂਗੇ। ਅੱਜ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਪਲਾਜ਼ਮਾ ਮੈਂਬਰੇਨ ਤੇ ਸੈੱਲ ਵਾਲ ਇਹਨਾਂ ਦੋਨੋਂ ਕੰਪੋਨੈਂਟਸ ਬਾਰੇ ਪੜ੍ਹ ਲਈਏ, ਤੇ ਆਉਣ ਵਾਲੇ ਲੈਕਚਰਸ ਦੇ ਵਿੱਚ ਬੇਟਾ ਯੂਕੈਰੀਓਟਿਕ ਸੈੱਲ ਦੇ ਜਿੰਨੇ ਵੀ ਹੋਰ ਪਾਰਟ ਹੋਣਗੇ ਉਹਨਾਂ ਨੂੰ ਅਸੀਂ 1 ਬਾਈ 1 ਕਰਕੇ ਪੜਾਂਗੇ। ਤੇ ਜਦੋਂ ਚੈਪਟਰ ਬੇਟਾ ਖਤਮ ਹੋ ਗਿਆ ਉਦੋਂ ਤੁਹਾਨੂੰ ਇਸ ਦੇ ਵਿੱਚੋਂ ਮਲਟੀਪਲ ਚੋਇਸ ਕੁਐਸਚਨਸ ਮਿਲਣਗੇ। ਉਹਨਾਂ ਕੁਐਸਚਨਸ ਦਾ ਇੱਕ ਵੀਡੀਓ ਮਿਲੂਗਾ, ਉਸ ਵੀਡੀਓ ਦੇ ਵਿੱਚ ਕੁਐਸਚਨਸ ਨੂੰ ਤੁਸੀਂ ਅਟੈਂਪਟ ਕਰਨਾ ਹੈ। ਸੋ ਬੇਟਾ ਹੁਣ ਅਸੀਂ ਵਿਦਆਊਟ ਵੇਸਟਿੰਗ ਐਨੀ ਟਾਈਮ ਸਟਾਰਟ ਕਰ ਰਹੇ ਹਾਂ ਸਾਡਾ ਅੱਜ ਦਾ ਟੌਪਿਕ ਸਟਰਕਚਰ ਆਫ ਯੂਕੈਰੀਓਟਿਕ ਸੈੱਲ। ਹਾਂਜੀ ਪਿਆਰੇ ਵਿਦਿਆਰਥੀਓ, ਸਾਡਾ ਅੱਜ ਦਾ ਟੌਪਿਕ ਹੈ ਯੂਕੈਰੀਓਟਿਕ ਸੈੱਲ। ਇਸ ਤੋਂ ਪਹਿਲਾਂ ਵਾਲੇ ਲੈਕਚਰ ਵਿੱਚ ਅਸੀਂ ਪ੍ਰੋਕੈਰੀਓਟਿਕ ਸੈੱਲਸ ਬਾਰੇ ਪੜ੍ਹਿਆ ਸੀ। ਉਸ ਲੈਕਚਰ ਦੇ ਵਿੱਚ ਬੇਟਾ ਪ੍ਰੋਕੈਰੀਓਟਿਕ ਸੈੱਲ ਦੇ ਸਟਰਕਚਰ ਨੂੰ ਅਸੀਂ ਡਿਟੇਲ ਦੇ ਵਿੱਚ ਸਟੱਡੀ ਕੀਤਾ ਹੈ। ਮੈਂ ਉਮੀਦ ਕਰਦਾ ਕਿ ਤੁਸੀਂ ਉਹ ਲੈਕਚਰ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਉਸ ਦੇ ਨਾਲ ਰਿਲੇਟਡ ਕੁਐਸਚਨਸ ਵੀ ਆਪਣੀ ਬੁੱਕ ਦੇ ਵਿੱਚੋਂ ਵੇਖੇ ਹੋਣਗੇ। ਅੱਜ ਬੇਟਾ ਅਸੀਂ ਗੱਲ ਕਰਨੀ ਹੈ ਯੂਕੈਰੀਓਟਿਕ ਸੈੱਲਸ ਦੀ। ਯੂਕੈਰੀਓਟਿਕ ਸੈੱਲ ਜਿਵੇਂ ਬੇਟਾ ਆਲਰੇਡੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਇਹਦੇ ਵਿੱਚ ਦੋ ਪਾਰਟ ਹੈ, ਇੱਕ ਤਾਂ ਹੈ ਯੂ, ਇੱਕ ਹੈ ਕੈਰੀਓਟਿਕ। ਯੂ ਵਰਡ ਜਿਹੜਾ ਬੇਟਾ ਹੈਗਾ EU, ਇਸ ਦਾ ਮਤਲਬ ਹੁੰਦਾ ਹੈ ਟ੍ਰਿਊ, ਅਤੇ ਕੈਰੀਓਟਿਕ ਜਿਹੜਾ ਹੈਗਾ ਬੇਟਾ ਇਸ ਦਾ ਮਤਲਬ ਹੁੰਦਾ ਹੈ ਨਿਊਕਲੀਅਸ। ਸੋ ਜੇ ਸੈੱਲ ਕੋਲੇ ਟ੍ਰਿਊ ਨਿਊਕਲੀਅਸ ਪ੍ਰੈਜੈਂਟ ਹੈ, ਮਤਲਬ ਕਿ ਐਕਚੁਅਲ ਦੇ ਵਿੱਚ ਹੀ ਨਿਊਕਲੀਅਸ ਉਸ ਦੇ ਕੋਲੇ ਪ੍ਰੈਜੈਂਟ ਹੈ, ਵੈਲ ਡਿਫਾਈਨਡ ਨਿਊਕਲੀਅਸ ਪ੍ਰੈਜੈਂਟ ਹੈਗਾ, ਤਾਂ ਅਸੀਂ ਉਸ ਨੂੰ ਯੂਕੈਰੀਓਟਿਕ ਸੈੱਲ ਬੇਟਾ ਬੋਲਾਂਗੇ। ਹੁਣ ਵੈਲ ਡਿਫਾਈਨਡ ਨਿਊਕਲੀਅਸ ਜਾਂ ਟ੍ਰਿਊ ਨਿਊਕਲੀਅਸ ਦਾ ਮਤਲਬ ਕੀ ਹੈ? ਜਿਸ ਤਰ੍ਹਾਂ ਬੇਟਾ ਆਪਣੇ ਕੋਲ ਇੱਕ ਸੈੱਲ ਹੈਗਾ, ਇਸ ਸੈੱਲ ਦੇ ਵਿੱਚ ਜੈਨੇਟਿਕ ਮਟੀਰੀਅਲ ਪਿਆ ਹੈ। ਇਸ ਜੈਨੇਟਿਕ ਮਟੀਰੀਅਲ ਦੇ ਅਰਾਊਂਡ ਜੇ ਇੱਕ ਵੈਲ ਡਿਫਾਈਨਡ ਮੈਂਬਰੇਨ ਪ੍ਰੈਜੈਂਟ ਹੈ, ਇਸ ਤਰੀਕੇ ਦੀ ਨਿਊਕਲੀਅਰ ਮੈਂਬਰੇਨ ਪ੍ਰੈਜੈਂਟ ਹੈ, ਤਾਂ ਨਿਊਕਲੀਅਰ ਮੈਂਬਰੇਨ ਪ੍ਰੈਜੈਂਟ ਹੋਣ ਦਾ ਮਤਲਬ ਹੈਗਾ ਕਿ ਇਹ ਟ੍ਰਿਊ ਨਿਊਕਲੀਅਸ ਹੈ। ਜੇ ਇਹਦੇ ਬਾਹਰ ਬੇਟਾ ਨਿਊਕਲੀਅਰ ਮੈਂਬਰੇਨ ਪ੍ਰੈਜੈਂਟ ਨਹੀਂ ਹੈ ਤਾਂ ਬੇਟਾ ਸਿੱਧਾ ਹੀ ਜਿਹੜਾ ਜੈਨੇਟਿਕ ਮਟੀਰੀਅਲ ਹੈ ਉਹ ਨੇਕਡ ਪਿਆ ਹੈਗਾ, ਤਾਂ ਅਸੀਂ ਉਸ ਨੂੰ ਕਹਿ ਦਾਂਗੇ ਕਿ ਉਹ ਕਿਹੜੇ ਸੈੱਲਸ ਨੇ? ਪ੍ਰੋਕੈਰੀਓਟਿਕ ਸੈੱਲ ਨੇ। ਸੋ ਮੇਨ ਡਿਫਰੈਂਸ ਇਹ ਹੈਗਾ। ਜੇ ਬੇਟਾ ਅਸੀਂ ਹੁਣ ਕਲਾਸੀਫਿਕੇਸ਼ਨ ਦੀ ਗੱਲ ਕਰੀਏ, ਅਸੀਂ ਪਲਾਂਟ ਕਿੰਗਡਮ ਦੀ, ਆਪਣੇ ਪੂਰੇ ਐਨੀਮਲ ਕਿੰਗਡਮ ਦੇ ਵਿੱਚ ਜਾਂ ਪਲਾਂਟ ਕਿੰਗਡਮ ਜਿੰਨੇ ਵੀ ਕਿੰਗਡਮਸ ਨੇ, ਲਿਵਿੰਗ ਆਰਗੈਨਿਜ਼ਮਸ ਨੇ, ਉਹਨਾਂ ਨੂੰ ਕਲਾਸੀਫਾਈ ਕਰਨ ਦੀ ਗੱਲ ਕਰੀਏ ਬੇਟਾ, ਤਾਂ ਆਲਰੇਡੀ ਅਸੀਂ ਇਹ ਗੱਲ ਪੜ੍ਹ ਚੁੱਕੇ ਹਾਂ ਕਿ ਅਸੀਂ 5 ਕਿੰਗਡਮਸ ਦੇ ਵਿੱਚ ਇਹਨਾਂ ਨੂੰ ਡਿਵਾਈਡ ਕੀਤਾ ਹੋਇਆ ਹੈ। ਜਿਹਦੇ ਵਿੱਚ ਬੇਟਾ ਸਾਡੇ ਕੋਲ ਜਿਹੜੇ ਕਿੰਗਡਮ ਹੈਗੇ ਨੇ, ਉਹ ਕਿੰਗਡਮ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਮੌਂਦਰਾ, ਉਸ ਤੋਂ ਬਾਅਦ ਦੇ ਵਿੱਚ ਬੇਟਾ ਆਪਣੇ ਕੋਲ ਹੈ ਪ੍ਰੋਟਿਸਟਾ, ਦੈਨ ਸਾਡੇ ਕੋਲ ਹੈ ਫੰਜਾਈ, ਪਲਾਂਟੀ ਕਿੰਗਡਮ ਹੈ, ਐਂਡ ਐਨੀਮਲੀਆ ਹੈਗਾ। ਜਦੋਂ ਆਰਗੈਨਿਜ਼ਮਸ ਨੂੰ ਇਹਨਾਂ 5 ਕਿੰਗਡਮਸ ਦੇ ਵਿੱਚ ਕਲਾਸੀਫਾਈ ਕਰਨ ਦੀ ਗੱਲ ਆਈ ਸੀ, ਤਾਂ ਅਸੀਂ ਕਲਾਸੀਫਿਕੇਸ਼ਨ ਦਾ ਜੋ ਕ੍ਰਾਈਟੇਰੀਆ ਲਿਆ ਸੀ, ਉਸ ਕ੍ਰਾਈਟੇਰੀਆ 'ਚ ਸਭ ਤੋਂ ਪਹਿਲਾਂ ਇਹ ਸੀ ਕਿ ਇੱਕ ਤਾਂ ਸੈੱਲ ਦੀ ਟਾਈਪ ਦੇਖਣੀ ਹੈ ਕਿ ਉਹ ਸੈੱਲ ਕਿਹੜਾ ਪ੍ਰੋਕੈਰੀਓਟਿਕ ਸੈੱਲ ਹੈ ਕਿ ਯੂਕੈਰੀਓਟਿਕ ਸੈੱਲ ਹੈ। ਇਫ ਦੈਟ ਇਜ਼ ਪ੍ਰੋਕੈਰੀਓਟਿਕ ਸੈੱਲ ਤਾਂ ਉਹ ਸਾਰੇ ਮੌਂਦਰਾ ਦੇ ਵਿੱਚ ਰੱਖਦੇ, ਜਿਹ 'ਚ ਬੈਕਟੀਰੀਆ ਵਗੈਰਾ ਅਸੀਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ। ਅਤੇ ਜੇ ਉਹਦੇ ਕੋਲੇ ਬੇਟਾ ਟ੍ਰਿਊ ਨਿਊਕਲੀਅਸ ਪ੍ਰੈਜੈਂਟ ਹੈ, ਯੂਕੈਰੀਓਟਿਕ ਹੈ, ਦੈਨ ਦੈਟ ਮੇ ਬੀ ਪ੍ਰੋਟਿਸਟਾ, ਫੰਜਾਈ, ਪਲਾਂਟੀ ਔਰ ਐਨੀਮਲੀਆ। ਇਹੀ ਗੱਲ ਬੇਟਾ ਤੁਹਾਡੀ ਇਸ ਸਲਾਈਡ ਦੇ ਵਿੱਚ ਦੱਸੀ ਹੋਈ ਹੈ। ਦੇਖੋ ਇੱਥੇ ਆਪਣੇ ਕੋਲੇ ਕਿ ਇਹ ਕੋਈ ਪ੍ਰੋਟਿਸਟਾ ਦਾ ਸੈੱਲ ਵੀ ਹੋ ਸਕਦਾ ਹੈ, ਫੰਗਲ ਸੈੱਲ ਫੰਜਾਈ ਦਾ ਵੀ ਹੋ ਸਕਦਾ ਹੈ, ਪਲਾਂਟ ਦਾ ਵੀ ਹੋ ਸਕਦਾ ਹੈ, ਜਾਂ ਐਨੀਮਲ ਦਾ ਸੈੱਲ ਵੀ ਇਹ ਹੋ ਸਕਦਾ ਹੈ। ਸੋ ਇਹ ਬੇਟਾ ਆਪਣੇ ਕੋਲੇ 4 ਜਿਹੜੇ ਕਿੰਗਡਮਸ ਹੈਗੇ ਨੇ, ਇਹਨਾਂ 4 ਕਿੰਗਡਮਸ ਦੇ ਵਿੱਚ ਯੂਕੈਰੀਓਟਿਕ ਸੈੱਲ ਪ੍ਰੈਜੈਂਟ ਹੁੰਦਾ ਹੈ। ਸੋ ਯੂਕੈਰੀਓਟਿਕ ਸੈੱਲ ਹੈ ਕੀ? They have well organized membrane bound nucleus and organelles। ਇਹਨਾਂ ਕੋਲੇ well defined membrane bound nucleus ਹੈ, ਅਤੇ membrane bound organelles ਵੀ present ਨੇ। ਕਿਉਂਕਿ membrane bound organelles present ਨੇ, that's why ਪੂਰੇ ਦੇ ਪੂਰੇ ਸੈੱਲ ਦੀ ਅਸੀਂ ਕੰਪਾਰਟਮੈਂਟਾਈਜੇਸ਼ਨ ਸੋਚ ਸਕਦੇ ਕਿ ਕੰਪਾਰਟਮੈਂਟਸ ਦੇ ਵਿੱਚ ਵੰਡਿਆ ਗਿਆ। ਦੇਖੋ ਜਿਵੇਂ ਤੇ ਕਲੀਅਰ ਕੱਟ ਪਤਾ ਲੱਗਦਾ ਵੀ ਨਿਊਕਲੀਅਸ ਪਿਆ ਹੈ, ਐਂਡੋਪਲਾਜ਼ਮਿਕ ਰੈਟੀਕੂਲਮ ਪਿਆ ਹੈ, ਵੈਕਿਊਲ ਪਏ ਨੇ, ਮਾਈਟੋਕੌਂਡਰੀਆ ਪ੍ਰੈਜੈਂਟ ਹੈ। ਤਾਂ ਸੈੱਲ ਜਿਹੜਾ ਹੈਗਾ ਉਹ ਕੰਪਾਰਟਮੈਂਟਸ ਦੇ ਵਿੱਚ ਡਿਵਾਈਡ ਹੋ ਗਿਆ, ਜਿਹਦੇ 'ਚ ਹਰ ਇੱਕ ਚੀਜ਼ ਦੀ ਆਪਣੀ ਇੱਕ ਜਗ੍ਹਾ ਹੋ ਗਈ, ਇੱਕ ਪੋਜੀਸ਼ਨ ਹੋ ਗਈ, ਅਤੇ ਉਸਦਾ ਰੋਲ ਡਿਸਾਈਡ ਹੋ ਗਿਆ।
ਤੇ ਇਹਨਾਂ ਕੋਲ ਜਿਹੜੇ ਲੋਕੋਮੋਟਰੀ ਤੇ ਸਾਈਟੋਸਕੈਲਟਨ ਸਟਰਕਚਰ ਨੇ ਥੋੜੇ ਜਿਹੇ ਕੰਪਲੈਕਸ ਹੋਣਗੇ। ਜਿਵੇਂ ਪ੍ਰੋਕੈਰੀਓਟਿਕ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਕਿ ਫੰਜਾਈ ਜਿਹੜਾ ਪ੍ਰੋਕੈਰੀਓਟਿਕ ਦੇ ਜਿਹੜੇ ਮੌਂਦਰਾ ਸੀ, ਮੌਂਦਰਾ ਦੇ ਵਿੱਚ ਫਲੈਜਲਾ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਲੋਕੋਮੋਸ਼ਨ 'ਚ ਹੈਲਪ ਕਰਦਾ, ਬਟ ਇਹਦੇ ਕੋਲ ਥੋੜ੍ਹੇ ਜਿਹੇ ਕੰਪਲੈਕਸ ਲੋਕੋਮੋਟਰੀ ਸਟਰਕਚਰ ਪ੍ਰੈਜ਼ੈਂਟ ਹੋਣਗੇ। ਜੈਨੇਟਿਕ ਮਟੀਰੀਅਲ ਬੇਟਾ ਇਹਨਾਂ ਦਾ ਇਹ ਤਾਂ ਗੱਲ ਕਲੀਅਰ ਹੈ ਕਿ ਜੈਨੇਟਿਕ ਮਟੀਰੀਅਲ ਕਵਰਡ ਹੈਗਾ, ਨਿਊਕਲੀਅਰ ਮੈਂਬਰੇਨ ਹੈਗੀ ਹੈ, ਬਟ ਇਸ ਤੋਂ ਇਲਾਵਾ ਇੱਕ ਗੱਲ ਹੋਰ ਵੀ ਹੈ ਕਿ ਜੈਨੇਟਿਕ ਮਟੀਰੀਅਲ ਕੰਡੈਂਸਡ ਹੈ, ਆਰਗੇਨਾਈਜ਼ਡ ਹੈਗਾ ਇਨ ਦਾ ਫਾਰਮ ਆਫ ਕ੍ਰੋਮੋਜ਼ੋਮਸ। ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ 23 ਪੇਅਰਸ ਨੇ ਹਿਊਮਨ ਬੀਇੰਗਸ ਦੇ ਵਿੱਚ, ਤਾਂ ਉਹਦੇ ਵਿੱਚ 23 ਪੇਅਰਸ ਦਾ ਮਤਲਬ ਕਿ ਇਸ ਤਰ੍ਹਾਂ ਨਾਲ ਕ੍ਰੋਮੋਸੋਮਸ ਪ੍ਰੈਜ਼ੈਂਟ ਹੈਗੇ ਨੇ, ਪੇਅਰਸ ਦੇ ਵਿੱਚ ਕ੍ਰੋਮੋਸੋਮ ਪ੍ਰੈਜ਼ੈਂਟ ਨੇ, ਮਤਲਬ ਕਿ ਜੈਨੇਟਿਕ ਮਟੀਰੀਅਲ ਡਿਸਕ੍ਰੀਟ ਨਹੀਂ ਹੈਗਾ, ਉਹ ਕੰਡੈਂਸ ਹੋ ਚੁੱਕਿਆ ਇਨ ਦਾ ਫਾਰਮ ਆਫ ਥੀਜ਼ ਕ੍ਰੋਮੋਸੋਮਸ। ਸੋ ਇਹ ਵੀ ਯੂਕੈਰੀਓਟਿਕ ਸੈੱਲ ਦਾ ਹੀ ਇੱਕ ਫੀਚਰ ਹੁੰਦਾ ਹੈ। ਸੋ ਬੇਟਾ ਹੁਣ ਅਸੀਂ ਯੂਕੈਰੀਓਟਿਕ ਸੈੱਲ ਦੇ ਬਾਰੇ ਸਟਰਕਚਰ, ਕਿਉਂਕਿ ਅਸੀਂ ਮੇਨਲੀ ਸਟੱਡੀ ਕਰਨਾ ਹੈ, ਜੇ ਸੈੱਲ ਸਟਰਕਚਰ ਦੀ ਗੱਲ ਕਰੀਏ, ਯੂਕੈਰੀਓਟਿਕ ਸੈੱਲ ਮੈਂਬਰੇਨ ਬਾਉਂਡ ਆਰਗੇਨੇਲਿਜ਼ ਪੋਜ਼ੈਸ ਕਰਦਾ, ਕੰਪਾਰਟਮੈਂਟਸ ਦੇ ਵਿੱਚ ਡਿਵਾਈਡ ਹੋ ਗਿਆ। ਤਾਂ ਹੁਣ ਕਿਹੜੀਆਂ ਸੈੱਲ ਆਰਗੇਨੇਲਿਜ਼ ਇਸ ਦੇ ਕੋਲੇ ਹੋ ਸਕਦੀਆਂ ਨੇ? ਇਹਦੇ ਵਿੱਚ ਬੇਟਾ 11 ਇਸ ਦੀਆਂ ਆਰਗੇਨੇਲਿਜ਼ ਨੇ, ਜਿਨ੍ਹਾਂ ਨੂੰ ਅਸੀਂ 1 ਬਾਏ 1 ਕਰਕੇ ਅੱਜ ਦੇ ਲੈਕਚਰ ਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਹੈ ਸੈੱਲ ਮੈਂਬਰੇਨ ਜਾਂ ਪਲਾਜ਼ਮਾ ਮੈਂਬਰੇਨ ਵੀ ਬੋਲ ਸਕਦੇ ਹਾਂ, ਜਿਹੜੀ ਕਿ ਫਲੈਕਸੀਬਲ ਹੁੰਦੀ ਹੈ। ਸੈੱਲ ਮੈਂਬਰੇਨ ਦੇ ਬਾਹਰ ਪ੍ਰੈਜ਼ੈਂਟ ਹੈਗੀ ਹੈ ਸੈੱਲ ਵਾਲ। ਯਾਦ ਰੱਖਣ ਵਾਲੀ ਗੱਲ ਹੈ ਕਿ 4 ਸਾਡੇ ਕੋਲੇ ਕਿੰਗਡਮਸ ਨੇ, ਪ੍ਰੋਟਿਸਟਾ, ਇਸ ਤੋਂ ਬਾਅਦ ਫੰਜਾਈ ਹੈ, ਪਲਾਂਟੀ ਹੈ, ਐਨੀਮਲੀ ਹੈ। ਸਾਰਿਆਂ ਦੇ ਵਿੱਚ ਸੈੱਲ ਵਾਲ ਪ੍ਰੈਜ਼ੈਂਟ ਨਹੀਂ ਹੁੰਦੀ, ਜਿਵੇਂ ਫੰਗਸ 'ਚ ਹੁੰਦੀ ਹੈ, ਪਲਾਂਟੀ ਦੇ ਵਿੱਚ ਹੁੰਦੀ ਹੈ, ਤਾਂ ਐਨੀਮਲੀਆ ਦੇ ਵਿੱਚ ਇਹ ਸੈੱਲ ਵਾਲ ਨਹੀਂ ਹੁੰਦੀ। ਇਸ ਤੋਂ ਨੈਕਸਟ ਬੇਟਾ ਆਪਣੇ ਕੋਲ ਐਂਡੋਮੈਂਬਰੇਨ ਸਿਸਟਮ ਹੈ। ਐਂਡੋਮੈਂਬਰੇਨ ਸਿਸਟਮ ਦੇ ਵਿੱਚ ਕੀ ਕੁਝ ਆ ਜਾਂਦਾ? ਐਂਡੋਪਲਾਜ਼ਮਿਕ ਰੈਟੀਕੂਲਮ ਹੈਗਾ, ਦੈਨ ਗੋਲਜੀ ਅਪਰੇਟਸ ਹੈ, ਲਾਈਸੋਸੋਮਸ ਨੇ, ਵੈਕਿਊਲਸ ਨੇ, ਇਹਨਾਂ ਦਾ ਬੇਟਾ ਅਲੱਗ-ਅਲੱਗ ਕੰਮ ਹੈਗਾ। ਅਸੀਂ ਅੱਜ ਦੇ ਇਸ ਟੌਪਿਕ ਦੇ ਵਿੱਚ ਇਹਨਾਂ ਸਾਰਿਆਂ ਦਾ ਕੀ ਸਟਰਕਚਰ ਹੈ ਅਤੇ ਕੀ ਫੰਕਸ਼ਨ ਉਹ ਸੈੱਲ ਦੇ ਵਿੱਚ ਪਰਫੋਰਮ ਕਰਦੇ ਹੈ, ਕਿਉਂਕਿ ਇਹ ਗੱਲ ਤੁਸੀਂ ਸਮਝ ਕੇ ਚੱਲੋ ਕਿ ਸੈੱਲ ਇੱਕ ਆਟੋਨੋਮਸ ਹੈ, ਆਪਣੇ ਜੋਗੇ ਸਾਰੇ ਕੰਮ ਬੇਟਾ ਇਹ ਕਰ ਲੈਂਦਾ ਹੈ। ਕਿਉਂਕਿ ਮੰਨ ਲਓ ਯੂਨੀਸੈਲੂਲਰ ਆਰਗੇਨਿਜ਼ਮ ਹੈ, ਅਸੀਂ ਗੱਲ ਕਰਦੇ ਹਾਂ ਪ੍ਰੋਟਿਸਟਾ ਹੈ, ਉਹ 'ਚ ਅਮੀਬਾ ਹੈ। ਅਮੀਬਾ ਕੀ ਹੈ? ਇੱਕ ਸੈੱਲ ਜੀਵ ਹੈ, ਇੱਕ ਸੈੱਲ ਤਾਂ ਹੈਗਾ ਉਹ ਸਾਰਾ, ਅਤੇ ਉਹ ਸਾਰੇ ਆਪਣੇ ਫੰਕਸ਼ਨ ਪਰਫੋਰਮ ਕਰਦਾ ਹੀ ਹੈ ਨਾ, ਆਪਣੀ ਨਿਊਟ੍ਰੀਸ਼ਨ ਵੀ ਕਰਦਾ ਹੈ, ਆਪਣੀ ਡਿਵੀਜ਼ਨ ਵੀ ਕਰਦਾ ਹੈ। ਸੋ ਆਪਣੀ ਫੂਡ ਦਾ ਕੰਮ, ਆਪਣੀ ਡਿਵੀਜ਼ਨ ਦਾ ਕੰਮ ਸਾਰੇ ਜਦੋਂ ਸੈੱਲ ਆਪਣੇ ਆਪ 'ਚ ਹੀ ਕਰ ਲੈਂਦਾ ਵਿਦਾਊਟ ਹੈਲਪ ਆਫ ਐਨੀ ਅਦਰ ਸੈੱਲ। ਇਹਦਾ ਮਤਲਬ ਇੰਡੀਪੈਂਡੈਂਟ ਹੈ, ਆਟੋਨੋਮਸ ਆ, ਸਾਰੇ ਕੰਮ ਆਪਣੇ ਆਪ ਕਰ ਸਕਦਾ ਹੈ। ਅਤੇ ਸੈੱਲ ਦੇ ਉਹ ਸਾਰੇ ਕੰਮ ਕਰਨ ਵਾਸਤੇ ਉਹ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਆਰਗੇਨੇਲਿਜ਼ ਨੇ। ਜਿਵੇਂ ਸੈੱਲ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਸੈੱਲ ਮੈਂਬਰੇਨ ਹੈਗੀ ਹੈ, ਟਰਾਂਸਪੋਰਟੇਸ਼ਨ ਵਾਸਤੇ, ਰਿਜਿਡਿਟੀ ਪ੍ਰੋਵਾਈਡ ਕਰਨ ਵਾਸਤੇ ਸੈੱਲ ਵਾਲ ਹੈਗੀ ਹੈ, ਉਹ 'ਚ ਕੋਈ ਜਿਹੜਾ ਹੈਗਾ ਫੂਡ ਮਟੀਰੀਅਲ ਵਗੈਰਾ ਹੈਗਾ ਬੇਟਾ ਉਸ ਦੀ ਪੈਕਿੰਗ ਕਰਨੀ ਹੈ ਤਾਂ ਉਹਦੇ ਵਾਸਤੇ ਗੋਲਜੀ ਆਪਰੇਟਸ ਹੈ। ਤਾਂ ਇਸੇ ਪ੍ਰਕਾਰ ਮਾਈਟੋਕੌਂਡਰੀਆ ਹੈ, ਮਾਈਟੋਕੌਂਡਰੀਆ ਨੂੰ ਸੈੱਲ ਦਾ ਪਾਵਰ ਹਾਊਸ ਵੀ ਕਹਿੰਦੇ ਆ। ਸੈੱਲ ਨੇ ਐਨਰਜੀ ਪ੍ਰੋਡਕਸ਼ਨ ਦਾ ਕੰਮ ਕਿੱਥੇ ਕਰਨਾ ਹੈ? ਫੂਡ ਮੰਨ ਲਓ ਸੈੱਲ ਕੋਲੇ ਆ ਗਿਆ, ਉਦੋਂ ਉਹਨੇ ਐਨਰਜੀ ਕਰਨੀ ਹੈ, ਐਨਰਜੀ ਪ੍ਰੋਡਿਊਸ ਕਰਨੀ ਹੈ, ਕਿੱਥੇ ਹੋਊਗੀ ਬੇਟਾ? ਉਹ ਮਾਈਟੋਕੌਂਡਰੀਆ। ਦਿਸ ਇਜ਼ ਕਾਲਡ ਪਾਵਰ ਹਾਊਸ ਆਫ ਦਾ ਸੈੱਲ। ਪਲਾਸਟਿਡਸ ਨੇ ਜਿਹੜੇ ਪਲਾਂਟ ਸੈੱਲਸ ਹੁੰਦੇ ਆ ਨਾ, ਪਲਾਂਟ ਸੈੱਲਸ ਜਿਹੜੇ ਹੈਗੇ ਨੇ ਉਹਨਾਂ 'ਚ ਕਲੋਰੋਪਲਾਸਟ ਵਗੈਰਾ ਹੁੰਦੇ ਨੇ ਤਾਂ ਕਿ ਫੂਡ ਸਿੰਥਸਾਈਜ਼ ਕਰ ਸਕਣ, ਉਹਨਾਂ ਦੇ ਵਿੱਚ ਪਲਾਸਟਿਡਸ ਆ ਜਾਂਦੇ ਹੈ। ਦੈਨ ਰਾਈਬੋਸੋਮਸ ਨੇ, ਰਾਈਬੋਸੋਮਸ ਬਾਰੇ ਮੈਂ ਆਲਰੇਡੀ ਪੜ੍ਹਾਇਆ ਹੋਇਆ ਕਿ ਇਹ ਸੈੱਲ ਦੀ ਪ੍ਰੋਟੀਨ ਫੈਕਟਰੀ ਹੈ। ਇਹੋ ਜਿਹੇ ਕੁਐਸਚਨ 1 ਨੰਬਰ ਦੇ ਆਉਂਦੇ ਆ। ਅੱਜ ਕੱਲ੍ਹ ਤੁਹਾਡੀ ਬੇਟਾ ਹੋਰ ਵੀ ਜਿਵੇਂ ਪੈਸ ਦੀ ਐਗਜ਼ਾਮੀਨੇਸ਼ਨ ਵਗੈਰਾ ਵੀ ਚੱਲਦੀ ਹੈ, ਜਾਂ ਨੈਸ਼ਨਲ ਅਚੀਵਮੈਂਟ ਸਰਵੇ ਦੇ ਟੈਸਟ ਹੁੰਦੇ ਨੇ, ਜਾਂ ਤੁਸੀਂ ਕੱਲ੍ਹ ਨੂੰ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਵੀ ਬੈਠਣਾ ਤਾਂ ਇਹੋ ਜਿਹੇ ਕੁਐਸਚਨਸ ਬੜੇ ਪੁੱਛੇ ਜਾਂਦੇ ਨੇ। ਸੋ ਪਾਵਰ ਹਾਊਸ ਆਫ ਸੈੱਲ ਕੀ ਹੋ ਗਿਆ? ਮਾਈਟੋਕੌਂਡਰੀਆ ਹੋ ਗਿਆ। ਪ੍ਰੋਟੀਨ ਫੈਕਟਰੀ ਕੀ ਹੋ ਗਈ? ਰਾਈਬੋਸੋਮ ਹੋ ਗਏ। ਦੈਨ ਸਾਈਟੋਸਕੈਲਟਨ ਆ ਗਿਆ, ਸਿਲੀਆ ਅਤੇ ਫਲੈਜਲਾ ਲੋਕੋਮੋਸ਼ਨ ਵਾਸਤੇ। ਹੁਣ ਮੈਂ ਕਿਹਾ ਕਿ ਕੰਪਲੈਕਸਿਟੀ ਆ ਗਈ, ਦੇਖੋ ਫਲੈਜਲਾ ਹੀ ਪ੍ਰੋਕੈਰੀਓਟਸ 'ਚ, ਫਲੈਜਲਾ ਯੂਕੈਰੀਓਟਸ 'ਚ ਹੈ, ਪਰ ਸਟਰਕਚਰ ਅਸੀਂ ਵੇਖਾਂਗੇ ਕਿ ਸਟਰਕਚਰ ਜ਼ਰੂਰ ਚੇਂਜ ਹੋ ਗਿਆ ਹੋਊਗਾ, ਕੰਪਲੈਕਸਿਟੀ 'ਚ ਆ ਗਈ ਹੋਊਗੀ। ਸੈਂਟਰੋਸੋਮ ਹੈ, ਸੈਂਟਰੀਓਲਸ ਨੇ, ਸੈੱਲ ਡਿਵੀਜ਼ਨ 'ਚ ਹੈਲਪ ਕਰਦੇ, ਸੈੱਲ ਨੇ ਸਾਰੇ ਕੰਮ ਕਰਨੇ ਹੈ ਨਾ। ਦੈਨ ਨਿਊਕਲੀਅਸ ਹੈ, ਜੈਨੇਟਿਕ ਮਟੀਰੀਅਲ ਸਾਰਾ ਇੱਥੇ ਪਿਆ, ਕੰਟਰੋਲ ਇੱਥੇ ਹੀ ਹੋ ਰਿਹਾ ਹੈ, DNA ਇੱਥੇ ਪ੍ਰੈਜ਼ੈਂਟ ਹੈ, ਇੱਥੇ ਹੀ DNA ਤੋਂ DNA ਜਾਂ DNA ਤੋਂ RNA ਦੀ ਕਾਪੀ ਪ੍ਰੋਡਿਊਸ ਹੋ ਰਹੀ ਹੈ। ਕਿਹੋ ਜਿਹੇ ਪ੍ਰੋਟੀਨ ਸਿੰਥਸਿਸ ਕਰਨੇ ਆ ਸੈੱਲ ਨੇ, ਤਾਂ ਉਹ ਸਾਰਾ ਮੈਸੇਜ ਕਿੱਥੋਂ ਆ ਰਿਹਾ ਹੈ? ਨਿਊਕਲੀਅਸ ਤੋਂ ਹੀ ਆ ਰਿਹਾ ਹੈ। ਮਾਈਕਰੋ ਬਾਡੀਜ਼ ਪ੍ਰੈਜ਼ੈਂਟ ਨੇ। ਤਾਂ ਇਹ ਸਾਰਾ ਬੇਟਾ ਅੱਜ ਦਾ ਜਿਹੜਾ ਹੈਗਾ ਸਾਡਾ ਅੱਜ ਦਾ ਟੌਪਿਕ ਹੈਗਾ, ਅੱਜ ਦਾ ਸਾਡਾ ਕੰਮ ਹੈਗਾ। ਅਸੀਂ ਕੋਸ਼ਿਸ਼ ਕਰਾਂਗੇ ਸਾਰੀਆਂ ਆਰਗੇਨਾਈਜ਼ ਕਰਨ ਨੂੰ, ਨਹੀਂ ਅਦਰਵਾਈਜ਼ ਬੇਟਾ ਜੇ ਸਾਡਾ ਲੈਕਚਰ ਲੰਬਾ ਹੁੰਦਾ ਦਿਖਿਆ ਤਾਂ ਅਸੀਂ 2 ਪਾਰਟਸ ਦੇ ਵਿੱਚ ਇਹਨਾਂ ਨੂੰ ਡਿਵਾਈਡ ਕਰ ਲਾਂਗੇ। ਅੱਧੀਆਂ ਸੈੱਲ ਆਰਗੇਨਾਈਜ਼ ਅੱਜ ਕਰ ਲਾਂਗੇ, ਅੱਧੀਆਂ ਨੈਕਸਟ ਪਾਰਟ ਦੇ ਵਿੱਚ ਕਰ ਲਾਂਗੇ। ਤਾਂ ਹੁਣ ਬੇਟਾ ਸਭ ਤੋਂ ਪਹਿਲਾਂ ਆਪਾਂ ਗੱਲ ਸਟਾਰਟ ਕਰਦੇ ਹਾਂ ਆਪਣੀ ਸੈੱਲ ਮੈਂਬਰੇਨ ਤੋਂ। ਤਾਂ ਹੁਣ ਬੇਟਾ ਇੱਥੇ ਦੇਖੋ ਤੁਸੀਂ 2 ਤਰ੍ਹਾਂ ਦੇ ਸੈੱਲ ਦਿਖਾਈ ਦੇ ਰਹੇ, ਇੱਕ ਤਾਂ ਸੈੱਲ ਇਹ ਹੈ, ਇੱਕ ਸੈੱਲ ਇਹ ਹੈ। ਇਹ 'ਚ ਕੀ ਹੈ ਬੇਟਾ? ਜਿਹੜਾ ਸੈੱਲ ਤੁਹਾਨੂੰ ਸਕਰੀਨ 'ਤੇ ਹੁਣ ਦਿਖਾਈ ਦੇ ਰਿਹਾ ਹੈ ਇਹ ਹੈਗਾ ਐਨੀਮਲ ਸੈੱਲ, ਇਹ 'ਚ ਸੈੱਲ ਵਾਲ ਨਹੀਂ ਹੈਗੀ। ਅਤੇ ਜਿਹੜਾ ਬੇਟਾ ਇੱਥੇ ਸੈੱਲ ਪ੍ਰੈਜ਼ੈਂਟ ਹੈ ਇਹ ਸੈੱਲ ਕਿਹੜਾ? ਇਹ ਪਲਾਂਟ ਸੈੱਲ ਹੈ। ਇਹਦੇ ਵਿੱਚ ਸੈੱਲ ਮੈਂਬਰੇਨ ਦੇ ਬਾਹਰ ਇੱਕ ਰਿਜਿਡਿਟੀ ਪ੍ਰੋਵਾਈਡ ਕਰਨ ਵਾਸਤੇ, ਇੱਕ ਸ਼ੇਪ ਪ੍ਰੋਵਾਈਡ ਕਰਨ ਵਾਸਤੇ ਸੈੱਲ ਵਾਲ ਵੀ ਪ੍ਰੈਜ਼ੈਂਟ ਹੈਗੀ ਹੈ। ਤਾਂ ਇਹ ਬੇਟਾ ਆਪਣੇ ਕੋਲੇ ਸੈੱਲ ਦੇ ਸਟਰਕਚਰ ਦੀ ਗੱਲ ਹੈਗੀ ਹੈ। ਇਹਦੇ ਵਿੱਚੋਂ ਬੇਟਾ ਸਭ ਤੋਂ ਪਹਿਲੀ ਆਰਗੇਨਾਈਜ਼ ਦੀ ਅਸੀਂ ਗੱਲ ਕਰੀਏ ਸੈੱਲ ਮੈਂਬਰੇਨ।
ਜਿਹੜਾ ਬੇਟਾ ਆਪਣੇ ਕੋਲੇ ਇੱਥੇ ਟੈਕਸਟ ਮੈਂ ਤੁਹਾਨੂੰ ਸੈੱਲ ਮੈਂਬਰੇਨ ਬਾਰੇ ਪੜ੍ਹਾਉਂਗਾ ਜਾਂ ਜਿੰਨੀਆਂ ਵੀ ਆਰਗੇਨਲਸ ਬਾਰੇ ਪੜ੍ਹਾਉਂਗਾ ਬਿਲਕੁਲ ਐਜ਼ ਸੱਚ ਮੈਂ ਤੁਹਾਡੀ NCERT ਦੀ ਬੁੱਕ ਦੇ ਵਿੱਚੋਂ ਕਾਪੀ ਕੀਤਾ ਹੋਇਆ ਹੈ ਤਾਂ ਕਿ ਤੁਹਾਨੂੰ ਬੁੱਕ ਪੜ੍ਹਨ ਦੇ ਟਾਈਮ ਦੇ ਉੱਤੇ ਕੋਈ ਵੀ ਪ੍ਰੋਬਲਮ ਨਾ ਆਵੇ। ਤਾਂ ਹੁਣ ਬੇਟਾ ਆਪਣੇ ਕੋਲੇ ਸਭ ਤੋਂ ਪਹਿਲੀ ਗੱਲ ਹੈ ਕਿ ਕੈਮੀਕਲ ਸਟੱਡੀਜ਼ ਜਿਹੜੀਆਂ ਹੈਗੀਆਂ ਨੇ ਹਿਊਮਨ RBCs ਦੇ ਉੱਤੇ ਕੀਤੀਆਂ ਤਾਂ ਇਸ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੀ ਸੈੱਲ ਮੈਂਬਰੇਨ ਹੈ ਸੈੱਲ ਮੈਂਬਰੇਨ ਬਣੀ ਹੋਈ ਹੈ ਲਿਪਿਡ ਬਾਈਲੇਅਰ ਦੀ। ਲਿਪਿਡ ਬਾਈਲੇਅਰ ਦਾ ਮਤਲਬ ਵੀ ਇਹਦੇ 'ਚ ਇੱਕ ਤਾਂ ਲਿਪਿਡਸ ਦੀ ਲੇਅਰ ਹੈ, ਬਾਈਲੇਅਰ ਦੀ ਕੀ ਹੈ 2 ਲੇਅਰਸ ਨੇ ਲਿਪਿਡ ਦੀਆਂ। ਲਿਪਿਡ ਦਾ ਬੇਟਾ ਜਿਹੜਾ ਸਟਰਕਚਰ ਹੁੰਦਾ ਨਾ ਉਹ ਇਸ ਤਰ੍ਹਾਂ ਦਾ ਸਟਰਕਚਰ ਹੈ ਜਿਹਦੇ ਵਿੱਚ ਸਾਡੇ ਕੋਲੇ ਇੱਕ ਬੇਟਾ ਹੈਗਾ ਹੈਡ ਤੇ ਨਾਲ ਇਸ ਦੇ ਕੀ ਹੈ ਬੇਟਾ ਟੇਲ। ਇਸ ਦਾ ਜਿਹੜਾ ਹੈਡ ਹੈਗਾ ਇਹ ਹਾਈਡਰੋਫਿਲਿਕ ਹੁੰਦਾ, ਵਾਟਰ ਲਵਿੰਗ ਹੁੰਦਾ। ਟੇਲ ਹਾਈਡਰੋਫੋਬਿਕ ਹੁੰਦੀ ਹੈ, ਪਾਣੀ ਤੋਂ ਦੂਰ ਜਾਂਦੀ ਹੈ। ਤਾਂ ਇੱਕ ਤਾਂ ਲਿਪਿਡ ਬਾਈਲੇਅਰ ਹੋ ਗਈ, ਮਤਲਬ ਕਿ ਲਿਪਿਡਸ ਦੀਆਂ 2 ਲੇਅਰਸ ਹੋ ਗਈਆਂ। ਕੁਛ ਇਹ 'ਚ ਪ੍ਰੋਟੀਨਸ ਲੱਗੇ ਨੇ ਅਤੇ ਕੁਝ ਇਹ 'ਚ ਕਾਰਬੋਹਾਈਡਰੇਟਸ ਲੱਗੇ ਹੈ। ਮਤਲਬ ਕਿ 3 ਚੀਜ਼ਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਸੈੱਲ ਮੈਂਬਰੇਨ ਬਣੀ ਹੋਈ ਹੈ ਕਿਹੜੀਆਂ ਦੀ ਲਿਪਿਡਸ ਦੀ ਬਣੀ ਹੋਈ ਹੈ, ਪ੍ਰੋਟੀਨਸ ਦੀ ਬਣੀ ਹੋਈ ਹੈ ਅਤੇ ਕਾਰਬੋਹਾਈਡਰੇਟਸ ਦੀ ਬਣੀ ਹੋਈ ਹੈ, ਸ਼ੂਗਰ ਲਿਖਿਆ ਹੋਇਆ। ਤਾਂ ਇਹ 3 ਚੀਜ਼ਾਂ ਇਸ ਦੇ ਵਿੱਚ ਹੋਣਗੀਆਂ। ਇਹ ਲਿਪਿਡ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਇਹਨਾਂ ਬਾਰੇ ਡਿਟੇਲ 'ਚ ਬਾਇਓਮੋਲੀਕਿਊਲਸ ਵਾਲੇ ਚੈਪਟਰ 'ਚ ਵੀ ਪੜ੍ਹਨਾ ਹੈ। ਵੈਸੇ ਤੁਹਾਨੂੰ ਇੰਨੀ ਕੁ ਤਾਂ +1 ਤੱਕ ਪਹੁੰਚਦੇ ਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਲਿਪਿਡ ਕੀ ਹੁੰਦੇ ਨੇ, ਕਾਰਬੋਹਾਈਡਰੇਟਸ ਕੀ ਹੁੰਦੇ ਨੇ, ਪ੍ਰੋਟੀਨਸ ਕੀ ਹੁੰਦੇ ਹੈ। ਹੁਣ ਜਿਹੜੇ ਲਿਪਿਡਸ ਨੇ, ਲਿਪਿਡ 'ਚ ਮੇਨਲੀ ਫਾਸਫੋਗਲਿਸਰਾਈਡਸ ਹੁੰਦੇ ਨੇ, ਕਈ ਤਰ੍ਹਾਂ ਦੇ ਲਿਪਿਡ ਹੁੰਦੇ ਨੇ ਬਟ ਜਿਹੜੀ ਸੈੱਲ ਮੈਂਬਰੇਨ ਹੈ 'ਚ ਮੇਨਲੀ ਫਾਸਫੋਗਲਿਸਰਾਈਡਸ ਹੁੰਦੇ ਨੇ। ਇਹਨਾਂ ਦਾ ਆਊਟਰ ਜਿਹੜਾ ਪੋਲਰ ਹੈੱਡ ਹੁੰਦਾ ਅਤੇ ਹਾਈਡਰੋਫੋਬਿਕ ਟੇਲ ਹੁੰਦੀ ਹੈ। ਇਹ ਹਾਈਡਰੋਫੋਬਿਕ ਟੇਲ ਜਿਹੜੀ ਹੈਗੀ ਨੋਨ ਪੋਲਰ ਹੁੰਦੀ ਹੈ। ਦੇਖੋ ਮੈਂ ਤੁਹਾਨੂੰ ਹੁਣੇ ਬੇਟਾ ਇਸ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਦਾ ਇਹ ਹੁੰਦਾ ਹੈ। ਇਹੋ ਜਿਹਾ ਬੇਟਾ ਇਸ ਦੇ ਵਿੱਚ ਹੁੰਦਾ ਹੈ ਹੈੱਡ ਅਤੇ ਟੇਲ। ਜਿਹੜਾ ਇਹ ਹੈੱਡ ਹੈ ਇਹ ਹੈੱਡ ਬੇਟਾ ਇਸ ਦਾ ਪੋਲਰ ਹੁੰਦਾ ਹੈ। ਪੋਲਰ ਦਾ ਮਤਲਬ ਕਿਉਂਕਿ ਵਾਟਰ ਵੀ ਪੋਲਰ ਹੈ ਸੋ ਇਹਦਾ ਮਤਲਬ ਵਾਟਰ ਲਵਿੰਗ ਹੋਊਗਾ, ਦੈਟਸ ਵਾਈ ਦਿਸ ਇਜ਼ ਹਾਈਡਰੋਫਿਲਿਕ। ਅਤੇ ਇਹ ਬੇਟਾ ਆਪਣੇ ਕੋਲ ਹੈਗੀ ਹੈ ਟੇਲ। ਟੇਲ ਜਿਹੜੀ ਹੈਗੀ ਹੈ ਇਹ ਨੋਨ ਪੋਲਰ ਹੁੰਦੀ ਹੈ। ਨੋਨ ਪੋਲਰ ਜਿਹੜੀ ਹੈਗੀ ਹੈ ਬੇਟਾ ਇਹਦਾ ਮਤਲਬ ਵੀ ਇਹਦੀ ਪੋਲੈਰਿਟੀ ਨਹੀਂ ਹੁੰਦੀ ਅਤੇ ਵਾਟਰ ਵੀ ਜਿਹੜਾ ਵਾਟਰ ਪੋਲਰ ਹੁੰਦਾ, ਇਸ ਕਰਕੇ ਇਹ ਵਾਟਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰੂਗੀ। ਸੋ ਇਸ ਨੂੰ ਅਸੀਂ ਕਹਾਂਗੇ ਹਾਈਡਰੋਫੋਬਿਕ। ਇਹ ਨਾ ਤੁਸੀਂ ਟਰਮਸ ਜਿਹੜੀਆਂ ਹੈਗੀਆਂ ਨੇ ਥੋੜ੍ਹੀਆਂ ਜਿਹੜੀਆਂ ਪੜ੍ਹ ਰਹੇ ਹੋ, ਜੇ ਇਹਨਾਂ ਨੂੰ ਸਪਲਿਟ ਕਰਕੇ ਸਮਝੋਗੇ ਤਾਂ ਸੌਖੀਆਂ ਯਾਦ ਹੋ ਜਾਣਗੀਆਂ। ਹਾਈਡਰੋਫਿਲਿਕ, ਹਾਈਡਰੋ ਦਾ ਮਤਲਬ ਵਾਟਰ, ਫਿਲਿਕ ਦਾ ਮਤਲਬ ਲਵਿੰਗ, ਵਾਟਰ ਲਵਿੰਗ ਪਾਣੀ ਵੱਲ ਜਾਣਗੀਆਂ। ਹਾਈਡਰੋਫੋਬਿਕ, ਫੋਬਿਕ ਦਾ ਮਤਲਬ ਫੋਬੀਆ ਡਰਨਾ, ਪਾਣੀ ਤੋਂ ਦੂਰ ਜਾਣਾ, ਵਾਟਰ ਹੀਟਿੰਗ ਜਿਹੜੀਆਂ ਹੋ ਗਈਆਂ ਉਹ ਕੀ ਹੋ ਗਈਆਂ ਹਾਈਡਰੋਫੋਬਿਕ। ਤਾਂ ਇਸ ਪ੍ਰਕਾਰ ਇਹਦਾ ਜਿਹੜਾ ਹੈਗਾ ਹਾਈਡਰੋਫਿਲਿਕ ਹੈੱਡ ਹੁੰਦਾ ਅਤੇ ਹਾਈਡਰੋਫੋਬਿਕ ਟੇਲ ਹੁੰਦੀ ਹੈ। ਦੂਜੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਇਹ ਬਾਈਲੇਅਰ ਹੁੰਦੀ ਹੈ। ਬਾਈਲੇਅਰ ਬੇਟਾ ਇਹ ਇਸ ਤਰੀਕੇ ਨਾਲ ਅਰੇਂਜ ਹੋ ਜਾਂਦੀਆਂ ਨੇ। ਦੇਖੋ ਆਹ ਸਾਰੇ ਪੋਲਰ ਹੈਡਸ ਆ ਗਏ, ਨੋਨ ਪੋਲਰ ਟੇਲਸ ਆ ਗਈਆਂ, ਇਹ ਦੂਜੀ ਲੇਅਰ ਹੋ ਗਈ। ਤਾਂ ਇਹਨਾਂ ਦੀਆਂ ਨੋਨ ਪੋਲਰ ਟੇਲਸ ਜਦੋਂ ਇੱਕ ਪਾਸੇ ਇਕੱਠੀਆਂ ਹੋ ਗਈਆਂ ਤਾਂ ਮਤਲਬ ਵਾਟਰ ਤੋਂ ਦੂਰ ਜਾ ਰਹੀਆਂ ਸੀ, ਇੱਕ ਪਾਸੇ ਇਕੱਠੀਆਂ ਹੋ ਗਈਆਂ। ਤਾਂ ਹੁਣ ਆਹ ਤਾਂ ਸੈੱਲ ਦਾ ਹੈਗਾ ਆਊਟਰ ਪਾਰਟ, ਆਹ ਸੈੱਲ ਦਾ ਹੈਗਾ ਇਨਰ ਪਾਰਟ। ਅਤੇ ਜਿਹੜੀ ਇਹ ਚੀਜ਼ ਹੈ ਇਹ ਜਿਹੜੀ ਹੈਗੀ ਸਾਰੀ ਬਣਾਈ ਹੈ ਅਸੀਂ, ਜਿਹੜੀ ਬਣਾਈ ਹੈ ਬੇਟਾ ਇਹ ਕੀ ਹੈ ਮੈਂਬਰੇਨ ਹੈ। ਇਹ ਸੈੱਲ ਮੈਂਬਰੇਨ ਹੈ ਜਿਹੜੀ ਕਾਹਦੀ ਬਣੀ ਹੋਈ ਹੈ ਲਿਪਿਡ ਬਾਈਲੇਅਰ ਦੀ ਬਣੀ ਹੋਈ ਹੈ। ਸੋ ਫਾਸਫੋਲਿਪਿਡ ਬਾਈਲੇਅਰ ਦੀ ਇਹ ਬਣੀ ਹੋਈ ਹੈ ਅਤੇ ਬਾਈਲੇਅਰਸ ਇਸ ਤਰੀਕੇ ਨਾਲ 2 ਲੇਅਰਸ ਦਾ ਐਵੇਂ ਅਰੇਂਜਮੈਂਟ ਹੁੰਦਾ ਹੈ। ਨੋਨ ਪੋਲਰ ਟੇਲਸ ਇਕੱਠੀਆਂ ਹੋ ਜਾਂਦੀਆਂ ਅਤੇ ਪੋਲਰ ਹੈਡਸ ਜਿਹੜੇ ਨੇ ਦੀਜ਼ ਆਰ ਪੁਆਇੰਟਿੰਗ ਆਊਟਵਰਡ। ਆਹ ਤਾਂ ਸੈੱਲ ਦਾ ਐਕਸਟਰਨਲ ਸਰਫੇਸ ਵੱਲ ਨੂੰ ਫੇਸ ਕਰ ਰਿਹਾ ਅਤੇ ਇਹ ਸੈੱਲ ਦੇ ਇਨਰ ਵੱਲ ਨੂੰ ਜਿਹੜਾ ਹੈਗਾ ਫੇਸ ਕਰ ਰਿਹਾ ਹੈ। ਤਾਂ ਇਹ ਚੀਜ਼ ਬੇਟਾ ਇਸ ਦੇ ਵਿੱਚ ਹੈਗੀ ਹੈ। ਦੇਖੋ ਲਿਖਿਆ ਵੀ ਹੋਇਆ ਕਿ ਲਿਪਿਡਸ ਜਿਹੜੇ ਹੈਗੇ ਨੇ ਦੇ ਹੈਵ ਆਊਟਰ ਪੋਲਰ ਹੈਡ and inner hydrophobic tails, so the non-polar tail of the saturated hydrocarbon is protected from the aqueous environment, ਤਾਂ ਕਿ ਉਹ aqueous environment ਤੋਂ ਪਾਣੀ ਵੱਲ ਨਾ ਜਾ ਸਕਣ। aqueous ਮਤਲਬ ਵਾਟਰ ਤੋਂ ਲਿਆ ਗਿਆ ਤਾਂ ਉਸ ਦੇ ਵੱਲ ਨਾ ਜਾ ਸਕਣ, ਇਸ ਕਰਕੇ ਨੋਨ ਪੋਲਰ ਟੇਲ ਇਕੱਠੀਆਂ ਹੋ ਗਈਆਂ। ਧਿਆਨ ਨਾਲ ਤੁਸੀਂ ਦੇਖੋ ਆਹ ਸੈੱਲ ਦਾ ਆਊਟਰ ਪਾਰਟ ਹੈ, ਆਹ ਸੈੱਲ ਦਾ ਇਨਰ ਪਾਰਟ ਹੈ ਅਤੇ ਆਹ ਜਿਹੜੀ ਸਾਰੀ ਬਣੀ ਹੋਈ ਹੈ ਇਹ ਹੈਗੀ ਸੈੱਲ ਮੈਂਬਰੇਨ। ਤਾਂ ਇਸ ਸੈੱਲ ਮੈਂਬਰੇਨ 'ਚ ਦੇਖੋ ਆਹ 2 ਲੇਅਰਸ ਲੱਗੀਆਂ ਹੋਈਆਂ ਨਾ, ਤਾਂ ਹੋ ਗਈ ਨਾ ਫਾਸਫੋਲਿਪਿਡ ਬਾਈਲੇਅਰ। ਇਸ ਪ੍ਰਕਾਰ ਫਾਸਫੋਲਿਪਿਡ ਬਾਈਲੇਅਰ ਜਿਹੜੀ ਹੈਗੀ ਹੁੰਦੀ ਹੈ ਵਿੱਚ ਆ ਪ੍ਰੋਟੀਨ ਵਗੈਰਾ ਨੇ, ਇਸ ਨੂੰ ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ। ਹੁਣ ਬੇਟਾ ਇਸ ਦੇ ਵਿੱਚ ਪ੍ਰੋਟੀਨ ਨੇ, ਕਾਰਬੋਹਾਈਡਰੇਟ ਨੇ ਅਤੇ ਲਿਪਿਡ ਨੇ, ਇਹਨਾਂ ਦੀ ਰੇਸ਼ੋ ਵੇਰੀ ਕਰਦੀ। ਕਾਰਬੋਹਾਈਡਰੇਟਸ ਤਾਂ ਬਹੁਤ ਘੱਟ ਹੋਣਗੇ, ਮੇਨਲੀ ਕੀ ਹੋਣਗੇ ਪ੍ਰੋਟੀਨ ਅਤੇ ਲਿਪਿਡ ਨੇ। ਤਾਂ ਹੁਣ ਹਿਊਮਨ RBCs ਦੇ ਵਿੱਚ 52% ਪ੍ਰੋਟੀਨ ਨੇ ਅਤੇ 40% ਲਿਪਿਡਸ ਹੈਗੇ ਨੇ। ਬਟ ਇਹ ਅਲੱਗ-ਅਲੱਗ ਤਰ੍ਹਾਂ ਦੀ ਮੈਂਬਰੇਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ, ਅਲੱਗ-ਅਲੱਗ ਤਰ੍ਹਾਂ ਦੀ ਕੰਪੋਜੀਸ਼ਨ ਹੋ ਸਕਦੀ ਹੈ, ਵੱਧ ਘੱਟ ਹੋ ਸਕਦੀ। ਦਿਸ ਇਜ਼ ਨਾਟ ਦਾ ਫਿਕਸਡ ਪ੍ਰਪੋਰਸ਼ਨ। ਦੈਨ ਜਿਹੜੇ ਇਹ ਪ੍ਰੋਟੀਨਸ ਨੇ, ਪ੍ਰੋਟੀਨਸ 2 ਤਰ੍ਹਾਂ ਦੇ ਹੋਣਗੇ, ਇੱਕ ਇੰਟੈਗਰਲ ਪ੍ਰੋਟੀਨਸ ਹੋਣਗੇ, ਇੱਕ ਪੈਰੀਫਰਲ। ਇੰਟੈਗਰਲ ਜਿਹੜੇ ਵਿੱਚ ਧਸੇ ਹੋਏ ਨੇ
ਪੈਰੀਫਰਲ ਜਿਹੜੇ ਪੈਰੀਫਰੀ 'ਤੇ ਪਏ ਨੇ ਬਾਹਰ ਪਏ ਨੇ, ਜਿਵੇਂ ਦੇਖੋ ਆਹ ਲੇਅਰ ਹੈ, ਇੱਕ ਵਾਰ ਮੈਂ ਤੁਹਾਨੂੰ ਗੱਲ ਸੇਮ ਹੀ ਦੱਸ ਰਹੇ ਹਾਂ ਕਿ ਆਹ ਆਊਟਰ ਇਨਵਾਇਰਮੈਂਟ ਹੈ ਸੈੱਲ ਦਾ, ਅਤੇ ਇਹ ਸੈੱਲ ਦਾ ਇਨਰ ਇਨਵਾਇਰਮੈਂਟ ਹੈ। ਆਹ ਜਿਹੜੀ ਹੈਗੀ ਹੈ ਮੈਂਬਰੇਨ ਹੈ, ਇਸ ਮੈਂਬਰੇਨ ਦੇ ਵਿੱਚ ਦੇਖੋ ਤੁਸੀਂ ਆਹ ਪ੍ਰੋਟੀਨ ਪਿਆ, ਇਹ ਪ੍ਰੋਟੀਨ ਪਿਆ, ਆਹ ਪ੍ਰੋਟੀਨ ਪਏ ਨੇ। ਇਹਨਾਂ ਤਿੰਨੋਂ ਪ੍ਰੋਟੀਨਸ ਨੂੰ ਦੇਖੋ ਇਹ ਲਿਪਿਡ ਬਾਈਲੇਅਰ ਦੇ ਵਿੱਚ ਪੂਰੀ ਤਰ੍ਹਾਂ ਧਸੇ ਹੋਏ ਨੇ, ਦੈਟਸ ਵਾਈ ਥੀਸ ਆਰ ਇੰਟੈਗਰਲ ਪ੍ਰੋਟੀਨਸ। ਆਹ ਕੰਪਲੀਟਲੀ ਵਰਿਡ ਨੇ, ਆ ਥੋੜ੍ਹੇ ਜਿਹੇ ਵਿੱਚ ਧਸੇ ਹੋਏ ਨੇ, ਇਹ ਇੰਟੈਗਰਲ ਹੋ ਗਏ। ਆਹ ਜਿਹੜਾ ਪਿਆ ਹੈਗਾ ਇਹ ਬਾਹਰ ਹੀ ਪਿਆ, ਆਲਮੋਸਟ ਬਾਹਰ ਪਿਆ ਇਹ, ਐਂਡ ਦਿਸ ਇਜ਼ ਕਾਲਡ ਪੈਰੀਫਰਲ, ਇਸ ਨੂੰ ਅਸੀਂ ਪੈਰੀਫਰਲ ਕਹਾਂਗੇ, ਠੀਕ ਹੈ ਨਾ। ਤਾਂ ਇਸ ਤਰੀਕੇ ਨਾਲ ਬੇਟਾ ਆਪਣੇ ਕੋਲੇ ਦੋ ਤਰ੍ਹਾਂ ਦੇ ਪ੍ਰੋਟੀਨਸ ਹੋਣਗੇ, ਇੰਟੈਗਰਲ ਪ੍ਰੋਟੀਨਸ ਐਂਡ ਪੈਰੀਫਰਲ ਪ੍ਰੋਟੀਨਸ। ਇਸ ਤੋਂ ਬਾਅਦ ਦੇ ਵਿੱਚ ਬੇਟਾ ਹੁਣ ਅਸੀਂ ਸੈੱਲ ਮੈਂਬਰੇਨ ਦੇ ਸਟਰਕਚਰ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਟਾਈਮ ਟੂ ਟਾਈਮ ਬੇਟਾ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਸਾਇੰਟਿਸਟ ਨੇ ਸਾਡੇ ਕੋਲੇ ਅਲੱਗ-ਅਲੱਗ ਮਾਡਲਸ ਪ੍ਰਪੋਜ਼ ਕੀਤੇ ਹੈ, ਜਿਹਦੇ ਤੋਂ ਅਸੀਂ ਸੈੱਲ ਮੈਂਬਰੇਨ ਦੇ ਸਟਰਕਚਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਦੇ ਵਿੱਚੋਂ ਬੇਟਾ ਜਿਹੜੇ ਹੈਗੇ ਨੇ, ਜਿਵੇਂ ਫਿਕਸਡ ਬਾਈਲੇਅਰ ਦਾ ਮਾਡਲ ਆਇਆ ਸੀ ਬੇਟਾ, ਦੈਨ ਸੈਂਡਵਿਚ ਮਾਡਲ ਆਇਆ, ਬਟ ਜਿਹੜਾ ਮੋਸਟ ਐਕਸੈਪਟਡ ਮਾਡਲ ਹੈਗਾ ਜਿਹਦੇ ਬੇਸ ਤੇ ਸੈੱਲ ਦਾ ਐਕਚੁਅਲ ਸਟਰਕਚਰ ਪ੍ਰਪੋਜ਼ ਕੀਤਾ ਗਿਆ ਸੈੱਲ ਮੈਂਬਰੇਨ ਦਾ, ਉਹ ਬੇਟਾ ਸਿੰਗਰ ਤੇ ਨਿਕਲਸਨ ਦਾ ਮਾਡਲ ਹੈ, ਤੇ ਇਸ ਮਾਡਲ ਨੂੰ ਅਸੀਂ ਫਲੂਇਡ ਮੋਜ਼ਾਇਕ ਮਾਡਲ ਵੀ ਬੋਲਦੇ ਹਾਂ। ਸੋ ਦਿਸ ਇਜ਼ ਦ ਇੰਪਰੂਵਡ ਮਾਡਲ ਆਫ ਦ ਸਟਰਕਚਰ ਆਫ ਸੈੱਲ ਮੈਂਬਰੇਨ ਐਂਡ ਦਿਸ ਵਾਜ਼ ਪ੍ਰਪੋਜ਼ਡ ਬਾਈ ਸਿੰਗਰ ਐਂਡ ਨਿਕਲਸਨ। ਇਹ ਸਭ ਤੋਂ ਜ਼ਿਆਦਾ ਐਕਸੈਪਟਡ ਬੇਟਾ ਮਾਡਲ ਹੈਗਾ, ਤੇ ਇਸ ਮਾਡਲ ਨੂੰ ਅਸੀਂ ਫਲੂਇਡ ਮੋਜ਼ਾਇਕ ਮਾਡਲ ਵੀ ਬੋਲਦੇ ਹਾਂ। ਅਕੋਰਡਿੰਗ ਟੂ ਦਿਸ ਮਾਡਲ, ਇਸ ਮਾਡਲ ਦੇ ਅਕੋਰਡਿੰਗਲੀ ਜਿਹੜੀ ਇਹ ਲਿਪਿਡ ਬਾਈਲੇਅਰ ਹੈਗੀ ਹੈ ਬੇਟਾ ਸਾਰੀ ਦੀ ਸਾਰੀ, ਇਹ ਕੁਐਸੀ ਫਲੂਇਡ ਹੈ, ਮਤਲਬ ਕਿ ਪੂਰੀ ਤਰ੍ਹਾਂ ਫਲੂਇਡ ਵੀ ਨਹੀਂ, ਪੂਰੀ ਤਰ੍ਹਾਂ ਸੋਲਿਡ ਵੀ ਨਹੀਂ ਹੈਗੀ, ਸੈਮੀ ਫਲੂਇਡ ਜੀ ਨੇਚਰ ਇਸ ਦੀ ਹੈਗੀ ਹੈ। ਇਸੇ ਕਰਕੇ ਇਸ ਨੂੰ ਅਸੀਂ ਫਲੂਇਡ ਮੋਜ਼ਾਇਕ ਦਾ ਮਤਲਬ ਹੁੰਦਾ ਮਿਕਸਚਰ। ਕਾਹਦਾ ਮਿਕਸਚਰ ਹੈ ਇਹ ਪ੍ਰੋਟੀਨ ਦਾ ਮਿਕਸਚਰ ਹੈ, ਇਹ ਲਿਪਿਡਸ ਦਾ ਮਿਕਸਚਰ ਹੈ, ਵਿੱਚ ਥੋੜ੍ਹੇ ਜਿਹੇ ਜਿਹੜੇ ਕਾਰਬੋਹਾਈਡਰੇਟਸ ਇੰਬੈਡਡ ਨੇ, ਇਹਨਾਂ ਦਾ ਮੋਜ਼ਾਇਕ ਹੈ। ਇਹ ਹੈਗਾ ਕਿਹੜੀ ਫਾਰਮ 'ਚ, ਇਹ ਫਲੂਇਡ ਫਾਰਮ 'ਚ ਹੈ। ਫਲੂਇਡ ਫਾਰਮ 'ਚ ਹੋਣ ਦਾ ਮਤਲਬ ਇਹ ਹੈ ਕਿ ਪ੍ਰੋਟੀਨ ਅਤੇ ਲਿਪਿਡਸ ਦੀ ਇੱਕ ਜਿਹੜੀ ਪੋਜੀਸ਼ਨ ਹੈਗੀ, ਉਹ ਪੋਜੀਸ਼ਨ ਫਿਕਸ ਨਹੀਂ ਹੈਗੀ, ਉਹ ਵੇਰੀ ਹੁੰਦੀ ਹੈ ਪੋਜੀਸ਼ਨ। So this quasi fluid nature enables the lateral movement of protein within the overall bilayer, ਮਤਲਬ ਕਿ ਪੂਰੀ ਬਾਈਲੇਅਰ ਦੇ ਵਿੱਚ ਪ੍ਰੋਟੀਨ ਦੀ ਪੋਜੀਸ਼ਨ ਜਿਹੜੀ ਹੈਗੀ ਉਹ ਫਿਕਸ ਨਹੀਂ ਹੈਗੀ, ਉਹ ਮੂਵ ਕਰ ਸਕਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ। ਦਿਸ ਅਬਿਲਿਟੀ ਟੂ ਮੂਵ ਵਿਦਨ ਦਾ ਮੈਂਬਰੇਨ, ਇਸ ਨੂੰ ਅਸੀਂ ਕੀ ਕਹਿੰਦੇ ਆ ਬੇਟਾ, ਇਹੀ ਇਹਨੂੰ ਫਲੂਇਡਿਟੀ ਪ੍ਰੋਵਾਈਡ ਕਰਦੀ, ਦੈਟਸ ਵਾਈ ਅਸੀਂ ਕੀ ਕਹਿੰਦੇ ਇਸ ਨੂੰ ਫਲੂਇਡ ਮੋਜ਼ਾਇਕ ਮਾਡਲ। ਮਤਲਬ ਕਿ ਆ ਜਿਹੜੇ ਪ੍ਰੋਟੀਨ ਨੇ ਇੱਥੇ ਆ ਗਿਆ, ਪ੍ਰੋਟੀਨ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਕੀ ਹੋਊਗੀ, ਉਹ ਚੇਂਜ ਹੁੰਦੀ ਰਹੂਗੀ। ਸੋ ਇਸ ਨੂੰ ਅਸੀਂ ਫਲੂਇਡ ਮੋਜ਼ਾਇਕ ਮਾਡਲ ਬੋਲਦੇ ਹਾਂ। ਹੁਣ ਸੈੱਲ ਮੈਂਬਰੇਨ ਦੇ ਫੰਕਸ਼ਨਸ ਕੀ ਨੇ ਉਸ ਨੂੰ ਸਮਝਣ ਤੋਂ ਪਹਿਲਾਂ ਬੇਟਾ ਇੱਕ ਮੈਂ ਛੋਟਾ ਜਿਹਾ ਤੁਹਾਨੂੰ ਵੀਡੀਓ ਵਿਖਾ ਕੇ ਪਲਾਜ਼ਮਾ ਮੈਂਬਰੇਨ ਦੇ ਸਟਰਕਚਰ ਦੇ ਫਲੂਇਡ ਮੋਜ਼ਾਇਕ ਮਾਡਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਤਾਂ ਬੇਟਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਇੱਕ ਸੈੱਲ ਹੈ, ਸੈੱਲ ਦੀ ਮੈਂਬਰੇਨ ਬੇਟਾ ਜਿਹੜੀ ਹੈਗੀ ਦਿਖਾਈ ਦੇ ਰਹੀ ਹੈ। ਸੈੱਲ ਦੇ ਸਰਫੇਸ ਤੱਕ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਸੈੱਲ ਦੇ ਸਰਫੇਸ ਦੇ ਉੱਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਬੇਟਾ। ਇਸ ਤਰ੍ਹਾਂ ਇਹ ਸੈੱਲ ਮੈਂਬਰੇਨ ਤੁਹਾਨੂੰ ਦਿਖਾਈ ਦੇ ਰਹੀ ਹੈ। ਅਸੀਂ ਸਾਈਡ ਤੋਂ ਵੇਖਦੇ ਹਾਂ ਤਾਂ ਇਹ ਬਾਈਲੇਅਰ ਹੈ, ਉੱਤੇ ਬੇਟਾ ਅਸੀਂ ਥੋੜ੍ਹਾ ਜਿਹਾ ਜਦੋਂ ਜਰਕ ਦਿੱਤਾ ਤਾਂ ਇਸ ਦੇ ਵੀ ਦੇਖੋ ਇਹਦੀ ਫਲੂਇਡਿਟੀ ਸ਼ੋ ਹੋ ਰਹੀ ਹੈ, ਕਿਵੇਂ ਇੱਕ ਵਾਰ ਇਹ ਬ੍ਰੇਕ ਹੋ ਗਈ ਬਟ ਦੁਬਾਰਾ ਫਿਰ ਜਿਹੜੇ ਇਹ ਫਾਸਫੋਲਿਪਿਡ ਬਾਈਲੇਅਰ ਹੈਗੀ ਹੈ, ਇਹਦੇ ਲਿਪਿਡਸ ਆਪਣੀ ਪੋਜੀਸ਼ਨ ਦੇ ਉੱਤੇ ਵਾਪਸ ਆ ਰਹੇ ਨੇ, ਕਿਉਂਕਿ ਬੇਟਾ ਇਸ ਦੇ ਵਿੱਚ ਜਿਹੜਾ ਇਹ ਸੈਂਟਰ ਦੇ ਵਿੱਚ ਹੈਗਾ, ਇਹ ਆਪਣੇ ਕੋਲੇ ਦੋਨੋਂ ਲੇਅਰਸ ਜਿਹੜੀਆਂ ਹੈ ਇਹ ਹਾਈਡਰੋਫੋਬਿਕ ਹੁੰਦੀਆਂ ਨੇ, ਤੇ ਹਾਈਡਰੋਫਿਲਿਕ ਹੈਡਸ ਬੇਟਾ ਇਸ ਦੇ ਵਿੱਚ ਹੈਗੇ ਨੇ। ਦੈਨ ਇਹਦੇ ਵਿੱਚ ਇੰਬੈਡਡ ਨੇ ਬੇਟਾ ਇਹ ਕੁਝ ਸਟਰਕਚਰ ਉੱਤੇ ਤੁਹਾਨੂੰ ਦਿਖਾਈ ਦੇ ਰਹੇ ਨੇ, ਇਹ ਕਾਰਬੋਹਾਈਡਰੇਟਸ ਨੇ, ਜਿਹੜੇ ਕਾਰਬੋਹਾਈਡਰੇਟਸ ਬੇਟਾ ਇਸ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇੰਬੈਡ ਹੋਏ ਹੋਏ ਆ ਬੇਟਾ। ਇਹਨਾਂ ਕਾਰਬੋਹਾਈਡਰੇਟਸ ਤੋਂ ਇਲਾਵਾ ਇਹ 'ਚ ਪ੍ਰੋਟੀਨਸ ਹੁੰਦੇ ਆ, ਮੈਂ ਤੁਹਾਨੂੰ ਦੱਸਿਆ ਜੀ ਦੋ ਤਰ੍ਹਾਂ ਦੇ ਪ੍ਰੋਟੀਨਸ ਨੇ। ਦੇਖੋ ਪ੍ਰੋਟੀਨਸ ਹੈਗੇ ਨੇ, ਇਹ ਪ੍ਰੋਟੀਨਸ ਕਿਵੇਂ ਟਰਾਂਸਪੋਰਟੇਸ਼ਨ ਦਾ ਕੰਮ ਕਰਦੇ ਆ, ਦੇਖੋ ਇਹ ਮਟੀਰੀਅਲ ਜਿਹੜਾ ਹੈਗਾ ਕਿਵੇਂ ਸੈੱਲ ਦੇ ਅੰਦਰ ਤੇ ਸੈੱਲ ਦੇ ਬਾਹਰ ਬੇਟਾ ਜਿਹੜਾ ਹੈਗਾ ਇਹ ਮੂਵ ਕਰ ਰਿਹਾ ਹੈ ਇਹਨਾਂ ਪ੍ਰੋਟੀਨਸ ਦੇ ਥਰੂ। ਤਾਂ ਹੁਣ ਬੇਟਾ ਜਦੋਂ ਅਸੀਂ ਫਲੈਕਸੀਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਬਾਰ-ਬਾਰ ਤੁਹਾਨੂੰ ਮੈਂ ਦੱਸ ਰਿਹਾ ਕਿ ਫਲੂਇਡਿਟੀ ਇਸ ਦੀ ਦਿਖਾਈ ਦੇ ਰਹੀ ਹੈ, ਕਿਉਂਕਿ ਜਿਹੜੇ ਪ੍ਰੋਟੀਨਸ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇੰਬੈਡਡ ਪਏ ਨੇ, ਦੇਖੋ ਪ੍ਰੋਟੀਨਸ ਦਿਖ ਰਹੇ ਹੈ, ਇਹ ਪ੍ਰੋਟੀਨ ਦੀ ਪੋਜੀਸ਼ਨ ਵੀ ਫਿਕਸ ਨਹੀਂ ਹੈਗੀ, ਇਹ ਆਪਣੀ ਪੋਜੀਸ਼ਨ ਵੀ ਮੂਵ ਕਰਦੇ ਨੇ। ਦੇਖੋ ਇਹ ਪ੍ਰੋਟੀਨ ਮੂਵ ਕਰ ਰਿਹਾ ਹੈ ਫਾਸਫੋਲਿਪਿਡ ਬਾਈਲੇਅਰ ਦੇ ਵਿੱਚ ਮੂਵ ਕਰ ਰਿਹਾ ਨਾ, ਇਹਦੀ ਮੋਬਿਲਿਟੀ ਦਿਖਾਈ ਦੇ ਰਹੀ ਹੈ, ਇਹਦਾ ਮਤਲਬ ਇਹਦੀ ਫਲੂਇਡਿਟੀ ਹੈਗੀ ਹੈ, ਇਹ ਆਪਣੀ ਜਗ੍ਹਾ ਤੇ ਫਿਕਸ ਨਹੀਂ ਹੈਗੇ। ਮੋਜ਼ਾਇਕ ਮਤਲਬ ਕਿ ਮਿਕਸਚਰ ਹੈ, ਕਾਹਦਾ ਮਿਕਸਚਰ ਹੈ, ਫਾਸਫੋਲਿਪਿਡਸ ਨੇ, ਦੈਨ ਪ੍ਰੋਟੀਨਸ ਨੇ, ਕਾਰਬੋਹਾਈਡਰੇਟਸ ਨੇ, ਇਹਨਾਂ ਸਾਰਿਆਂ ਦਾ ਮੋਜ਼ਾਇਕ ਹੈ ਤੇ ਨੇਚਰ ਇਹਦੀ ਫਲੂਇਡ ਹੈ, ਦੈਟਸ ਵਾਈ ਫਲੂਇਡ ਮੋਜ਼ਾਇਕ ਮਾਡਲ ਅਸੀਂ ਇਸ ਨੂੰ ਬੋਲਦੇ ਹਾਂ। ਸੋ ਇਸ ਤਰੀਕੇ ਨਾਲ ਬੇਟਾ ਇਹ ਸੈੱਲ ਦੇ ਸਟਰਕਚਰ ਬਾਰੇ ਅਸੀਂ ਪਲਾਜ਼ਮਾ ਮੈਂਬਰੇਨ ਦੇ ਸਟਰਕਚਰ ਦਾ ਥੋੜਾ ਜਿਹਾ ਇੱਕ ਆਈਡੀਆ ਇਸ ਵੀਡੀਓ ਦੇ ਰਾਹੀਂ। ਪਲਾਜ਼ਮਾ ਮੈਂਬਰੇਨ ਦੇ ਸਟਰਕਚਰ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਫੰਕਸ਼ਨਸ ਦੀ। ਪਲਾਜ਼ਮਾ ਮੈਂਬਰੇਨ ਦਾ ਜਿਹੜਾ ਮੇਨ ਫੰਕਸ਼ਨ ਹੈਗਾ ਉਹ ਟਰਾਂਸਪੋਰਟੇਸ਼ਨ ਦਾ ਹੈ। ਤੁਸੀਂ ਦੇਖੋ ਕਿ ਸੈੱਲ ਦਾ ਜਿਹੜਾ ਆਊਟਰ ਐਕਸਟਰਾ ਸੈਲਰ ਸਪੇਸ ਹੈ, ਇਹ ਇੰਟਰਸੈਲਰ ਸਪੇਸ ਹੈ, ਤੇ ਇੱਥੋਂ ਬਹੁਤ ਸਾਰੇ ਮਟੀਰੀਅਲਸ ਦੀ ਐਕਸਚੇਂਜ ਹੋ ਰਹੀ ਹੈ। ਕਿਹਦੇ ਥਰੂ ਹੋ ਰਹੀ ਹੈ, ਇਹਨਾਂ ਪ੍ਰੋਟੀਨਸ ਦੇ ਥਰੂ, ਜਿਹੜੇ ਕੈਰੀਅਰ ਪ੍ਰੋਟੀਨਸ ਨੇ। ਤਾਂ
ਜਿਹੜੀ ਇਹਦੀ ਫਲੂਇਡ ਨੇਚਰ ਕਰਕੇ ਜਿਹੜੀ ਬੇਟਾ ਪਲਾਜ਼ਮਾ ਮੈਂਬਰੇਨ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਪਰਮੀਏਬਲ ਹੁੰਦੀ ਹੈ। ਸੋ ਇਹਦੀ ਪਰਮੀਏਬਿਲਿਟੀ ਜਿਹੜੀ ਸਿਲੈਕਟਿਵ ਪਰਮੀਏਬਿਲਿਟੀ ਮੀਨਸ ਦਿਸ ਇਜ਼ ਨਾਟ ਪਰਮੀਏਬਲ ਟੂ ਆਲ ਦਾ ਪਾਰਟੀਕਲਸ, ਕੁਛ ਕੁ ਸਿਲੈਕਟਡ ਪਾਰਟੀਕਲਸ ਹੀ ਪਲਾਜ਼ਮਾ ਮੈਂਬਰੇਨ ਦੇ ਥਰੂ ਮੂਵ ਕਰ ਸਕਦੇ ਹੈ। ਤਾਂ ਜਿਹੜੀ ਇਹਨਾਂ ਦੀ ਟਰਾਂਸਪੋਰਟੇਸ਼ਨ ਹੈਗੀ ਆ ਅਕਰੋਸ ਦਾ ਪਲਾਜ਼ਮਾ ਮੈਂਬਰੇਨ, ਉਹਨੂੰ ਬ੍ਰੌਡਲੀ ਦੋ ਕੈਟਾਗਰੀਜ਼ ਦੇ ਵਿੱਚ ਅਸੀਂ ਵੰਡਾਂਗੇ। ਇਹਦੇ ਵਿੱਚ ਇੱਕ ਤਾਂ ਹੋਊਗੀ ਸਾਡੇ ਕੋਲ ਪੈਸਿਵ ਟਰਾਂਸਪੋਰਟ ਅਤੇ ਦੂਸਰੀ ਹੋਊਗੀ ਐਕਟਿਵ ਟਰਾਂਸਪੋਰਟ। ਪੈਸਿਵ ਟਰਾਂਸਪੋਰਟੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਮਟੀਰੀਅਲਸ ਦਾ ਐਕਸਚੇਂਜ ਵੀ ਹੋ ਜੇ ਅਤੇ ਸਾਡੀ ਐਨਰਜੀ ਵੀ ਯੂਟੀਲਾਈਜ਼ ਨਾ ਹੋਵੇ। ਸੋ ਬਹੁਤ ਸਾਰੇ ਮੋਲੀਕਿਊਲਸ ਇਹੋ ਜਿਹੇ ਹੁੰਦੇ ਨੇ ਵਿਚ ਕੈਨ ਮੂਵ ਅਕਰੋਸ ਦਾ ਮੈਂਬਰੇਨ ਵਿਦਾਊਟ ਐਨੀ ਰਿਕੁਆਇਰਮੈਂਟ ਆਫ ਐਨਰਜੀ, ਐਂਡ ਦਿਸ ਇਜ਼ ਕਾਲਡ ਪੈਸਿਵ ਟਰਾਂਸਪੋਰਟ। ਔਨ ਦੀ ਅਦਰ ਹੈਂਡ ਕੁਝ ਕੁ ਟਰਾਂਸਪੋਰਟ ਇਹੋ ਜਿਹੀ ਹੁੰਦੀ ਹੈ ਵਿਚ ਡਿਪੈਂਡਸ ਅਪੋਨ ਐਨਰਜੀ, ਉਹਦੇ ਵਾਸਤੇ ਸਾਨੂੰ ਜਿਵੇਂ ATP ਐਨਰਜੀ ਜਿਹੜੀ ਯੂਟੀਲਾਈਜ਼ ਕਰਨੀ ਪੈਂਦੀ ਹੈ, ਉਹਨਾਂ ਨੂੰ ਅਸੀਂ ਐਕਟਿਵ ਟਰਾਂਸਪੋਰਟੇਸ਼ਨ ਬੋਲਦੇ ਹਾਂ। ਤੁਹਾਡੇ ਕੋਲ ਬੇਟਾ ਜਿਹੜਾ ਫੋਟੋਗ੍ਰਾਫ ਦਿਖਾਇਆ ਹੋਇਆ ਹੈ ਇਹਦੇ ਵਿੱਚ ਦੇਖੋ ਇੱਥੇ ਸਿੰਪਲ ਡਿਫਿਊਜ਼ਨ ਹੋ ਰਹੀ ਹੈ। ਜਿਹੜਾ ਸਿੰਪਲ ਡਿਫਿਊਜ਼ਨ ਹੈ ਜਾਂ ਬੇਟਾ ਆਸਮੋਸਿਸ ਦਾ ਪ੍ਰੋਸੈਸ ਹੁੰਦਾ ਹੈ, ਇਹ ਪ੍ਰੋਸੈਸ ਜਿਹੜਾ ਡਿਫਿਊਜ਼ਨ ਜਾਂ ਆਸਮੋਸਿਸ ਦਾ ਪ੍ਰੋਸੈਸ ਹੁੰਦਾ ਹੈ ਇਹ ਪੈਸਿਵ ਟਰਾਂਸਪੋਰਟੇਸ਼ਨ ਹੁੰਦੀ ਹੈ ਬੇਟਾ। ਤਾਂ ਇਹਦੇ ਵਿੱਚ ਦੇਖੋ ਆਪਣੇ ਕੋਲੇ ਸਭ ਤੋਂ ਪਹਿਲਾਂ ਪੈਸਿਵ ਟਰਾਂਸਪੋਰਟੇਸ਼ਨ ਨੂੰ ਐਕਸਪਲੇਨ ਕੀਤਾ ਹੋਇਆ ਹੈ, ਦਾ ਮੂਵਮੈਂਟ ਆਫ ਮੋਲੀਕਿਊਲ ਅਕਰੋਸ ਦਾ ਮੈਂਬਰੇਨ ਅਲੋਂਗ ਦਾ ਕੰਸਨਟ੍ਰੇਸ਼ਨ ਗ੍ਰੇਡੀਐਂਟ। ਹੁਣ ਦੇਖੋ ਜਦੋਂ એનર્ਜੀ ਯੂਟੀਲਾਈਜ਼ ਨਹੀਂ ਹੋਣੀ ਤਾਂ ਇਹ ਹਮੇਸ਼ਾ ਕੰਸਨਟ੍ਰੇਸ਼ਨ ਗ੍ਰੇਡੀਐਂਟ ਦੇ ਅਕਰੋਸ ਹੋਊਗਾ, ਦੈਟ ਇਜ਼ ਇਟ ਵਿਲ ਬੀ ਫਰੋਮ ਹਾਇਰ ਟੂ ਲੋਅਰ ਕੰਸਨਟ੍ਰੇਸ਼ਨ। ਇੱਧਰ ਕੰਸਨਟ੍ਰੇਸ਼ਨ ਜ਼ਿਆਦਾ ਹੈ, ਇੱਧਰ ਕੰਸਨਟ੍ਰੇਸ਼ਨ ਘੱਟ ਹੈ, ਤਾਂ ਮੂਵਮੈਂਟ ਕਿੱਧਰ ਹੋ ਰਹੀ ਹੈ ਫਰੋਮ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ। ਦਿਸ ਮੂਵਮੈਂਟ ਅਕਰੋਸ ਦਾ ਸੈਮੀ ਪਰਮੀਏਬਲ ਮੈਂਬਰੇਨ ਵਿਚ ਇਜ਼ ਇਨ ਅਕੋਰਡੈਂਸ ਵਿਦ ਕੰਸਨਟ੍ਰੇਸ਼ਨ ਗ੍ਰੇਡੀਐਂਟ, ਇਹਨੂੰ ਅਸੀਂ ਪੈਸਿਵ ਟਰਾਂਸਪੋਰਟੇਸ਼ਨ ਬੋਲਦੇ ਹਾਂ। ਅਤੇ ਇਹਦੇ ਵਿੱਚ ਬੇਟਾ ਜਿਹੜੇ ਹੈਗੇ ਨੇ ਐਨਰਜੀ ਦਾ ਐਕਸਪੈਂਡੀਚਰ ਨਹੀਂ ਹੋਏਗਾ। ਦਿਸ ਇਜ਼ ਆਫ ਟੂ ਟਾਈਪ, ਸਿੰਪਲ ਡਿਫਿਊਜ਼ਨ ਐਂਡ ਆਸਮੋਸਿਸ। ਹੁਣ ਜਿਹੜਾ ਤਾਂ ਆਪਣੇ ਕੋਲੇ ਹੁੰਦਾ ਬੇਟਾ ਡਿਫਿਊਜ਼ਨ, ਇਹ ਤਾਂ ਸਲਿਊਟ ਪਾਰਟੀਕਲਸ ਦਾ ਮੂਵਮੈਂਟ ਹੁੰਦਾ ਹੈ, ਅਤੇ ਜਿਹੜਾ ਆਸਮੋਸਿਸ ਹੁੰਦਾ ਇਹ ਸੋਲਵੈਂਟ ਦਾ ਮੂਵਮੈਂਟ ਹੁੰਦਾ, ਵਾਟਰ ਦਾ ਮੂਵਮੈਂਟ ਹੁੰਦਾ। ਸੋ ਜਿਹੜਾ ਤਾਂ ਬੇਟਾ ਸਿੰਪਲ ਡਿਫਿਊਜ਼ਨ ਆ ਗਈ, ਇਹ ਸਲਿਊਟ ਪਾਰਟੀਕਲਸ ਮੂਵ ਕਰ ਰਹੇ, ਆਸਮੋਸਿਸ ਦਾ ਮੂਵਮੈਂਟ ਆਫ ਵਾਟਰ ਬਾਈ ਡਿਫਿਊਜ਼ਨ ਅਕਰੋਸ ਦਾ ਮੈਂਬਰੇਨ। ਇਹਦੇ ਵਿੱਚੋਂ ਬੇਟਾ ਜਿਹੜੇ ਹੁਣ ਤੁਸੀਂ ਸੋਚੋ ਵੀ ਜਿਹੜੇ ਆਪਣੇ ਕੋਲੇ ਇਹੋ ਜਿਹੇ ਮੋਲੀਕਿਊਲਸ ਨੇ, ਜਿਹੜੇ ਮੋਲੀਕਿਊਲਸ ਪੋਲਰ ਮੋਲੀਕਿਊਲਸ ਨੇ, ਉਹ ਪੋਲਰ ਮੋਲੀਕਿਊਲਸ ਇਸ ਪੈਸਿਵ ਟਰਾਂਸਪੋਰਟੇਸ਼ਨ ਦੇ ਥਰੂ ਕਿਸ ਤਰ੍ਹਾਂ ਮੂਵ ਕਰ ਸਕਦੇ ਹੈ, ਕਿਉਂਕਿ ਇਹਨਾਂ ਨੇ ਮੂਵ ਕਰਨਾ ਹੈ, ਇੱਥੇ ਦਿਖਾਇਆ ਹੋਇਆ ਇਹਨਾਂ ਨੇ ਮੂਵ ਕਰਨਾ ਬੇਟਾ ਇੱਥੋਂ ਫਾਸਫੋਲਿਪਿਡ ਬਾਈਲੇਅਰ ਦੇ ਥਰੂ। ਆ ਆਪਣੇ ਕੋਲੇ ਫਾਸਫੋਲਿਪਿਡ ਬਾਈਲੇਅਰ ਹੈ। ਹੁਣ ਫਾਸਫੋਲਿਪਿਡ ਬਾਈਲੇਅਰ ਜਿਹੜੀ ਆ ਗਈ, ਇਹਦੇ ਵਿੱਚ ਤਾਂ ਵਿਚਕਾਰ ਬੇਟਾ ਲਿਪਿਡ ਦੀ ਲੇਅਰ ਜਿਹੜੀ ਇਕੱਠੀ ਹੋ ਗਈ, ਟੇਲਸ ਹੋ ਗਈਆਂ, ਜਿਹੜੀਆਂ ਕੀ ਨੇ ਹਾਈਡਰੋਫੋਬਿਕ ਨੇ। ਇਹਦਾ ਮਤਲਬ ਹਾਈਡਰੋਫੋਬਿਕ ਚੀਜ਼ਾਂ ਜਾਂ ਨੋਨ ਪੋਲਰ ਪਾਰਟ ਇਹਦੇ ਵਿੱਚੋਂ ਮੂਵ ਨਹੀਂ ਕਰ ਸਕੂਗਾ। ਉਹਦੇ ਵਾਸਤੇ ਕਿਹੜੀ ਡਿਫਿਊਜ਼ਨ ਹੋਊਗੀ ਬੇਟਾ, ਉਹਨਾਂ ਵਾਸਤੇ ਕੀ ਹੋਊਗੀ, ਫੈਸਿਲੀਟੇਟਡ ਡਿਫਿਊਜ਼ਨ ਹੋਊਗੀ, ਜਿਹੜੀ ਕਿ ਇਹਨਾਂ ਕੈਰੀਅਰ ਪ੍ਰੋਟੀਨਸ ਦੇ ਥਰੂ ਹੋਊਗੀ। ਬਟ ਰਿਮੈਂਬਰ ਦਿਸ ਫੈਸਿਲੀਟੇਟਡ ਡਿਫਿਊਜ਼ਨ ਇਜ਼ ਆਲਸੋ ਦਾ ਮੋਡ ਆਫ ਪੈਸਿਵ ਟਰਾਂਸਪੋਰਟੇਸ਼ਨ। ਪੈਸਿਵ ਟਰਾਂਸਪੋਰਟੇਸ਼ਨ ਨੂੰ ਸਮਝਣ ਤੋਂ ਬਾਅਦ ਅਸੀਂ ਬੇਟਾ ਹੁਣ ਅੱਗੇ ਦੇਖਦੇ ਹਾਂ ਐਕਟਿਵ ਟਰਾਂਸਪੋਰਟੇਸ਼ਨ ਦੀ ਗੱਲ। ਜਿਹੜਾ ਸਾਡੇ ਕੋਲ ਐਕਟਿਵ ਟਰਾਂਸਪੋਰਟੇਸ਼ਨ ਹੈ, ਦਿਸ ਇਜ਼ ਦਾ ਮੂਵਮੈਂਟ ਆਫ ਮੋਲੀਕਿਊਲ ਅਕਰੋਸ ਦਾ ਮੈਂਬਰੇਨ ਅਗੇਂਸਟ ਦਾ ਕੰਸਨਟ੍ਰੇਸ਼ਨ ਗ੍ਰੇਡੀਐਂਟ, ਦੈਟ ਇਜ਼ ਦਿਸ ਮੂਵਮੈਂਟ ਵਿਲ ਬੀ ਫਰੋਮ ਲੋਅਰ ਕੰਸਨਟ੍ਰੇਸ਼ਨ ਟੂ ਹਾਇਰ ਕੰਸਨਟ੍ਰੇਸ਼ਨ। ਹੁਣ ਕਿਸੇ ਚੀਜ਼ ਨੂੰ ਬੇਟਾ ਪਾਣੀ ਜਿੱਥੇ ਆਪਣੇ ਕੋਲ ਵੱਧ ਹੈ ਉੱਥੋਂ ਆਪਾਂ ਪਾਣੀ ਦੂਜੀ ਸਾਈਡ 'ਤੇ ਭੇਜਣਾ ਜਿੱਥੇ ਘੱਟ ਹੈ। ਜ਼ਿਆਦਾ ਤੋਂ ਘੱਟ ਵੱਲ ਜਾਊਗਾ ਤਾਂ ਉਹਦੇ ਵਾਸਤੇ ਐਨਰਜੀ ਦੀ ਐਕਸਪੈਂਡੀਚਰ ਦੀ ਜ਼ਰੂਰਤ ਹੀ ਨਹੀਂ, ਆਪਣੇ ਆਪ ਹੀ ਚਲੇ ਜਾਊਗਾ। ਬਟ ਜੇ ਅਸੀਂ ਲੋਅਰ ਕੰਸਨਟ੍ਰੇਸ਼ਨ ਟੂ ਹਾਇਰ ਕੰਸਨਟ੍ਰੇਸ਼ਨ ਵੱਲ ਲੈ ਕੇ ਜਾ ਰਹੇ ਹਾਂ, ਮਤਲਬ ਕਿ ਅਗੇਂਸਟ ਦਾ ਕੰਸਨਟ੍ਰੇਸ਼ਨ ਗ੍ਰੇਡੀਐਂਟ ਲੈ ਕੇ ਜਾ ਰਹੇ ਹਾਂ, ਫॉर ਦੈਟ ਸਾਨੂੰ ਐਨਰਜੀ ਯੂਟੀਲਾਈਜ਼ ਕਰਨੀ ਪਊਗੀ। ਤਾਂ ਐਨਰਜੀ ਦਾ ਜਿਹੜਾ ਐਕਸਪੈਂਡੀਚਰ ਹੋਊਗਾ ਬੇਟਾ ATP ਦੀ ਫਾਰਮ ਦੇ ਵਿੱਚ, ਤਾਂ ਇਹ ਆਪਣੇ ਕੋਲ ਐਗਜ਼ਾਮਪਲ ਸੋਡੀਅਮ ਪੋਟਾਸ਼ੀਅਮ ਪੰਪ ਦੀ ਐਗਜ਼ਾਮਪਲ ਇੱਥੇ ਦਿੱਤੀ ਹੋਈ ਹੈ, ਜਿਹੜਾ ਐਨਰਜੀ ਯੂਜ਼ ਕਰ ਰਿਹਾ ਹੈ ਅਤੇ ਐਨਰਜੀ ਯੂਜ਼ ਕਰਕੇ ਬੇਟਾ ਜਿਹੜਾ ਇਹ ਟਰਾਂਸਪੋਰਟੇਸ਼ਨ ਹੋ ਰਿਹਾ ਹੈ, ਦਿਸ ਮੋਡ ਆਫ ਟਰਾਂਸਪੋਰਟੇਸ਼ਨ ਇਜ਼ ਕਾਲਡ ਐਕਟਿਵ ਟਰਾਂਸਪੋਰਟੇਸ਼ਨ। ਸੋ ਇਹ ਸੀ ਬੇਟਾ ਪਲਾਜ਼ਮਾ ਮੈਂਬਰੇਨ ਬਾਰੇ। ਪਲਾਜ਼ਮਾ ਮੈਂਬਰੇਨ ਦਾ ਸਟਰਕਚਰ ਅਤੇ ਫੰਕਸ਼ਨ ਤੁਹਾਨੂੰ ਮੈਂ ਸਮਝਾਇਆ ਹੈ। ਹੁਣ ਅਸੀਂ ਬੇਟਾ ਮੂਵ ਕਰਦੇ ਹਾਂ ਇਸ ਦੇ ਨੈਕਸਟ ਪਾਰਟ ਸੈੱਲ ਵਾਲ ਵੱਲ। ਤਾਂ ਹੁਣ ਅਸੀਂ ਸੈੱਲ ਮੈਂਬਰੇਨ ਤੋਂ ਬਾਅਦ ਸੈੱਲ ਵਾਲ ਦੀ ਗੱਲ ਕਰਦੇ ਹਾਂ। ਸੈੱਲ ਵਾਲ ਬੇਟਾ ਦੇਖੋ ਮੈਂ ਤੁਹਾਨੂੰ ਕਿੰਗਡਮ ਸਿਸਟਮ ਪੜ੍ਹਾਇਆ, ਜਿਹਦੇ 'ਚ ਕਿਹਾ ਕਿ ਆਪਣੇ ਕੋਲ ਪ੍ਰੋਟਿਸਟਾ ਹੈ, ਫੰਜਾਈ ਹੈ, ਪਲਾਂਟੀ ਹੈ, ਐਨੀਮੀਲੀਆ ਹੈ। ਇਹਨਾਂ ਚਾਰ ਕਿੰਗਡਮਸ ਦੇ ਵਿੱਚ ਹੀ ਆਪਣੇ ਕੋਲੇ ਯੂਕੈਰੀਓਟਿਕ ਸੈੱਲ ਹੁੰਦੇ ਨੇ। ਇਹਨਾਂ ਦੇ ਵਿੱਚੋਂ ਬੇਟਾ ਜਿਹੜਾ ਕਿੰਗਡਮ ਫੰਜਾਈ ਅਤੇ ਕਿੰਗਡਮ ਪਲਾਂਟੀ ਹੈ, ਇਹਨਾਂ ਦੋਨਾਂ ਦੇ ਵਿੱਚ ਸੈੱਲ ਵਾਲ ਪ੍ਰੈਜੈਂਟ ਹੁੰਦੀ ਹੈ। ਕੰਪੋਜੀਸ਼ਨ ਚਾਹੀਦੀ ਅਲੱਗ-ਅਲੱਗ ਹੋਵੇ, ਪਰ ਇਹਨਾਂ ਦੋਨਾਂ ਦੇ ਵਿੱਚ ਸੈੱਲ ਵਾਲ ਪ੍ਰੈਜੈਂਟ ਹੈ। ਕਿੱਥੇ ਪ੍ਰੈਜੈਂਟ ਹੈ? ਔਨ ਦਾ ਆਊਟਰ ਸਾਈਡ ਆਫ ਪਲਾਜ਼ਮਾ ਮੈਂਬਰੇਨ। ਜਿਵੇਂ ਇਹ ਤਾਂ ਹੈਗੀ ਹੈ ਪਲਾਜ਼ਮਾ ਮੈਂਬਰੇਨ, ਇਸ ਪਲਾਜ਼ਮਾ ਮੈਂਬਰੇਨ ਦੇ ਬਾਹਰ ਜਿਹੜੀ ਇਹ ਦਿਖਾ ਦੇ ਰਹੀ ਹੈ ਬੇਟਾ ਇਹ ਕੀ ਹੈ, ਇਹ ਸੈੱਲ ਵਾਲ ਹੈ। ਤਾਂ ਸੈੱਲ ਵਾਲ ਜਿਹੜੀ ਹੁੰਦੀ ਹੈ ਇਹ ਇੱਕ ਨੋਨ ਲਿਵਿੰਗ ਸਟਰਕਚਰ ਹੈ, ਰਿਜਿਡ ਸਟਰਕਚਰ ਹੈਗਾ ਹੈ, which is present out of the plasma membrane and this is present in fungi and plants। ਤੇ ਸੈੱਲ ਵਾਲ ਜਿਹੜੀ ਹੈਗੀ ਬੇਟਾ ਐਲਗੀ ਦੀ, ਐਲਗੀ ਹੁਣ ਤੁਸੀਂ ਕਹੋਗੇ ਕਿ ਹੈਗੀ ਤਾਂ ਫੰਜਾਈ ਤੇ ਪਲਾਂਟੀ ਸੀ, ਐਲਗੀ ਇਜ਼ ਆਲਸੋ ਦਾ ਪਾਰਟ ਆਫ ਪਲਾਂਟਸ।
ਤਾਂ ਇਹਦੇ ਵਿੱਚ ਬੇਟਾ ਜਿਹੜੀ ਹੈਗੀ ਹੈ ਇਹ ਕਾਹਦੀ ਬਣੀ ਹੋਈ ਹੈ, ਸੈਲੂਲੋਜ਼ ਦੀ, ਗਲੈਕਟੋਜ਼ ਦੀ, ਮੈਨਨਸ ਦੀ, ਮਿਨਰਲਸ ਦੀ, ਇਹਨਾਂ ਦੀ ਪ੍ਰੈਜੈਂਟ ਹੁੰਦੀ ਹੈ, ਬਣੀ ਹੁੰਦੀ ਹੈ। ਤੇ ਜੇ ਬੇਟਾ ਹੋਰ ਪਲਾਂਟਸ ਦੇ ਵਿੱਚ ਗੱਲ ਕਰੀਏ, ਹਾਇਰ ਪਲਾਂਟਸ ਦੇ ਵਿੱਚ ਗੱਲ ਕਰੀਏ ਤਾਂ ਇਹ ਸੈਲੂਲੋਜ਼, ਹੈਮੀ ਸੈਲੂਲੋਜ਼, ਪੈਕਟਿਨ, ਪ੍ਰੋਟੀਨ, ਇਹਨਾਂ ਚੀਜ਼ਾਂ ਦੀ ਬਣੀ ਹੁੰਦੀ ਹੈ। ਤਾਂ ਹੁਣ ਬੇਟਾ ਦੇਖੋ ਇਹ ਜਿਹੜਾ ਸੈੱਲ ਵਾਲ ਦਾ ਆਪਣੇ ਕੋਲੇ ਸਟਰਕਚਰ ਇੱਥੇ ਦਿਖਾਇਆ ਹੋਇਆ ਹੈ, ਇਹ ਸੈੱਲ ਵਾਲ ਦਾ ਸਟਰਕਚਰ ਹੈ। ਦੇਖੋ ਆਹ ਤਾਂ ਪਲਾਜ਼ਮਾ ਮੈਂਬਰੇਨ ਹੈ। ਪਲਾਜ਼ਮਾ ਮੈਂਬਰੇਨ ਬਾਰੇ ਤਾਂ ਮੈਨੂੰ ਲੱਗਦਾ ਤੁਸੀਂ ਸਾਰਾ ਸਮਝ ਗਏ ਹੋਵੋਗੇ, ਦੇਖਣ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇ ਕਿ ਪਲਾਜ਼ਮਾ ਮੈਂਬਰੇਨ ਹੈ। ਪਲਾਜ਼ਮਾ ਮੈਂਬਰੇਨ ਦੇ ਬਾਹਰ ਸਾਰੀ ਜਿਹੜੀ ਪਈ ਹੈ ਹੈਗੀ ਇਹ ਸੈੱਲ ਵਾਲ ਹੈ। ਉਸ ਤੋਂ ਬਾਅਦ 'ਚ ਇਹ ਮਿਡਲ ਲੈਮਿਲਾ, ਮਿਡਲ ਲੈਮਿਲਾ ਕੀ ਹੈ ਕਿ ਦੋ ਸੈੱਲਾਂ ਦੇ ਵਿਚਕਾਰ ਦੀ ਮੈਂਬਰੇਨ ਹੈ। ਜਿਵੇਂ ਇੱਕ ਇਹ ਸੈੱਲ ਹੋ ਗਿਆ, ਇੱਕ ਇਹ ਸੈੱਲ ਹੋ ਗਿਆ, ਇਸ ਸੈੱਲ ਦੀ ਇਹ ਸੈੱਲ ਵਾਲ ਹੋ ਗਈ, ਇਸ ਸੈੱਲ ਦੀ ਇਹ ਸੈੱਲ ਵਾਲ ਹੋ ਗਈ, ਤਾਂ ਵਿਚਕਾਰ ਇੱਥੇ ਕੀ ਪ੍ਰੈਜੈਂਟ ਹੈ, ਇਹ ਮਿਡਲ ਲੈਮਿਲਾ ਪ੍ਰੈਜੈਂਟ ਹੈ, ਜਿਹੜੀ ਕਿ ਦੋਨੋਂ ਸਾਈਡ ਦੇ ਵੱਲ ਪ੍ਰੈਜੈਂਟ ਹੁੰਦੀ ਹੈ। ਸੋ ਇਹ ਮੇਨਲੀ ਕੈਲਸ਼ੀਅਮ ਪੈਕਟੇਟ ਦੀ ਲੇਅਰ ਹੁੰਦੀ ਹੈ। ਹੁਣ ਜਿਹੜੀ ਸੈੱਲ ਵਾਲ ਹੈ ਯੰਗ ਪਲਾਂਟ ਸੈੱਲ ਦੀ, ਦਿਸ ਇਜ਼ ਕੈਪੇਬਲ ਆਫ ਗਰੋਥ, ਇਹਦੀ ਗਰੋਥ ਹੋ ਸਕਦੀ ਹੈ ਪ੍ਰਾਇਮਰੀ ਵਾਲ ਦੀ। ਪ੍ਰਾਇਮਰੀ ਵਾਲ ਹੌਲੀ ਹੌਲੀ ਮੈਚਿਓਰ ਹੋ ਜਾਂਦੀ ਹੈ ਅਤੇ ਸੈਕੰਡਰੀ ਵਾਲ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਔਨ ਦਾ ਇਨਰ ਸਾਈਡ। ਮਤਲਬ ਕਿ ਜਿਹੜੀ ਆਪਾਂ ਗੱਲ ਕਰੀਏ ਪਲਾਜ਼ਮਾ ਮੈਂਬਰੇਨ ਹੈ, ਪਲਾਜ਼ਮਾ ਮੈਂਬਰੇਨ ਦੇ ਨਾਲ ਜੇ ਉਹਦੇ ਸੈੱਲ ਵਾਲ ਦੀ ਇੱਕ ਹੋਰ ਲੇਅਰ ਪਈ ਹੈ ਤਾਂ ਉਹ ਸੈਕੰਡਰੀ ਲੇਅਰ ਹੋਊਗੀ। ਉਸ ਤੋਂ ਬਾਅਦ ਵਾਲੀ ਜਿਹੜੀ ਲੇਅਰ ਹੋਊਗੀ ਕਿਹੜੀ ਹੋਊਗੀ, ਉਹ ਪ੍ਰਾਇਮਰੀ ਲੇਅਰ ਹੋਊਗੀ। ਅਤੇ ਉੱਪਰ ਜਿਹੜਾ ਹੈਗਾ ਆਪਣੇ ਕੋਲੇ ਕੀ ਆ ਗਿਆ, ਇਹ ਮਿਡਲ ਲੈਮਿਲਾ ਜਿਹੜਾ ਕਿ ਦੂਜੇ ਸੈੱਲ ਵੱਲ ਵੀ ਫੇਸ ਕਰ ਰਿਹਾ ਹੈ। ਮਿਡਲ ਲੈਮਿਲਾ ਇਜ਼ ਦਾ ਲੇਅਰ ਮੇਨਲੀ ਆਫ ਦਾ ਕੈਲਸ਼ੀਅਮ ਪੈਕਟੇਟ। ਇਹ ਕੀ ਕਰਦੇ ਆ, ਅਲੱਗ-ਅਲੱਗ ਸੈਲਸ ਨੂੰ ਗਲੂ ਕਰਨ ਦਾ ਕੰਮ ਕਰਦੀ ਹੈ, ਇਕੱਠੇ ਰੱਖਣ ਦਾ ਕੰਮ ਕਰਦੀ ਹੈ ਮਿਡਲ ਲੈਮਿਲਾ। ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਇਸ ਤਰੀਕੇ ਨਾਲ ਦੋ ਸੈਲਸ ਨੇ, ਇਹਨਾਂ ਦੇ ਵਿਚਕਾਰ ਪ੍ਰੈਜੈਂਟ ਹੈ ਮਿਡਲ ਲੈਮਿਲਾ। ਦੈਨ ਬੇਟਾ ਜਿਹੜਾ ਸੈੱਲ ਵਾਲ ਹੋ ਗਿਆ ਅਤੇ ਇਸ ਦੇ ਬਾਹਰ ਪ੍ਰੈਜੈਂਟ ਮਿਡਲ ਲੈਮਿਲਾ। ਦੇਖੋ ਜੇ ਸਾਰੀ ਪੋਜੀਸ਼ਨ ਸਮਝਣ ਤੁਸੀਂ ਕੋਸ਼ਿਸ਼ ਕਰੋ ਨਾ, ਤਾਂ ਆਹ ਤਾਂ ਜਿਹੜੀ ਹੈਗੀ ਆਪਣੇ ਕੋਲੇ ਪਲਾਜ਼ਮਾ ਮੈਂਬਰੇਨ ਹੈ। ਇਸ ਪਲਾਜ਼ਮਾ ਮੈਂਬਰੇਨ ਦੇ ਬਾਹਰ ਬੇਟਾ ਇੱਥੇ ਪ੍ਰੈਜੈਂਟ ਹੋ ਗਈ ਸੈੱਲ ਵਾਲ। ਇਸੇ ਤਰੀਕੇ ਨਾਲ ਹੀ ਬੇਟਾ ਇੱਕ ਹੋਰ ਸੈੱਲ ਸਾਡੇ ਕੋਲ ਹੈਗਾ, ਇਹਦੀ ਇਹ ਪਲਾਜ਼ਮਾ ਮੈਂਬਰੇਨ ਹੈ, ਅਤੇ ਪਲਾਜ਼ਮਾ ਮੈਂਬਰੇਨ ਦੇ ਬਾਹਰ ਜਿਹੜੀ ਪ੍ਰੈਜੈਂਟ ਹੈਗੀ ਆ ਉਹ ਕੀ ਹੈ, ਸੈੱਲ ਵਾਲ ਪ੍ਰੈਜੈਂਟ ਹੈ। ਅਤੇ ਇਹਨਾਂ ਦੋਨਾਂ ਸੈੱਲਸ ਨੂੰ ਗਲੂ ਕਰਨ ਦਾ ਕੰਮ ਕੌਣ ਕਰ ਰਿਹਾ ਹੈ, ਮਿਡਲ ਲੈਮਿਲਾ, ਜਿਹੜੀ ਇਹਨਾਂ 'ਚ ਗਲੂ ਕਰਨ ਦਾ ਕੰਮ ਕਰ ਰਹੀ ਹੈ। ਸੋ ਜੇ ਅਸੀਂ ਸੋਚੀਏ ਸਾਡੇ ਕੋਲ ਸਭ ਤੋਂ ਪਹਿਲਾਂ ਬੇਟਾ ਇੱਥੇ ਆਊਗੀ ਪਲਾਜ਼ਮਾ ਮੈਂਬਰੇਨ, ਦੈਨ ਸੈੱਲ ਵਾਲ, ਦੈਨ ਮਿਡਲ ਲੈਮਿਲਾ, ਦੈਨ ਸੈੱਲ ਵਾਲ, ਦੈਨ ਪਲਾਜ਼ਮਾ ਮੈਂਬਰੇਨ, ਇਸ ਤਰੀਕੇ ਨਾਲ ਹੈ। ਅਤੇ ਸੈੱਲ ਵਾਲ ਦੇ ਵਿੱਚ ਵੀ ਕਿਉਂਕਿ ਇਹ ਸਾਡੇ ਕੋਲ ਸੈਕੰਡਰੀ ਸੈੱਲ ਵਾਲ ਹੈਗੀ, ਸਾਡੇ ਕੋਲ ਜਿਹੜੀ ਹੈਗੀ ਇਹ ਪ੍ਰਾਇਮਰੀ ਸੈੱਲ ਵਾਲ ਹੈ, ਅਤੇ ਇਹਦੇ ਅੰਦਰਲੇ ਪਾਸੇ ਇੱਥੇ ਕਿਹੜੀ ਹੋਊਗੀ ਬੇਟਾ, ਉਹ ਸੈਕੰਡਰੀ ਸੈੱਲ ਵਾਲ ਪ੍ਰੈਜੈਂਟ ਹੋਊਗੀ। ਹੁਣ ਜਿਹੜਾ ਇਹ ਜੰਕਸ਼ਨ ਬਣ ਗਿਆ ਬੇਟਾ ਦੋਨੋਂ ਸੈਲਸ ਦੇ ਵਿਚਕਾਰ, ਇਹਨਾਂ ਦੋਨੋਂ ਸੈਲਸ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਦੇ ਲਈ ਪਲਾਜ਼ਮੋਡੈਸਮੈਟਾ ਹੁੰਦੇ ਨੇ, ਜਿਹੜੇ ਦੋ ਨੇਬਰਿੰਗ ਸੈਲਸ ਦੇ ਸਾਈਟੋਪਲਾਜ਼ਮ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਨੇ। ਤਾਂ ਹੁਣ ਜਿਹੜੇ ਪਲਾਜ਼ਮੋਡੈਸਮੈਟਾ ਜਿਹੜਾ ਇਹ ਚੈਨਲ ਹੋ ਗਿਆ, ਇਹ ਚੈਨਲ ਬੇਟਾ ਕਿਹਦੇ ਥਰੂ ਹੋ ਗਿਆ, ਮੇਨਲੀ ਇਹ ਹੋ ਗਿਆ ਪਲਾਜ਼ਮਾ ਜਿਹੜੀ ਹੈਗੀ ਹੈ ਮੈਂਬਰੇਨ, ਸੈੱਲ ਵਾਲ ਐਂਡ ਮਿਡਲ ਲੈਮਿਲਾ, ਇਹਨਾਂ ਦੇ ਥਰੂ ਬੇਟਾ ਇਹ ਚੈਨਲ ਹੋ ਗਿਆ, ਜਿਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ, ਪਲਾਜ਼ਮੋਡੈਸਮੈਟਾ ਬੋਲ ਦਿੰਦੇ ਹਾਂ। ਹੁਣ ਜਿਹੜੀ ਇਹ ਸੈੱਲ ਵਾਲ ਹੈ, ਸੈੱਲ ਵਾਲ ਦੇ ਕੀ ਫੰਕਸ਼ਨ ਹੋ ਸਕਦੇ ਨੇ। ਸੈੱਲ ਵਾਲ ਜਿਹੜੀ ਹੈਗੀ ਹੈ ਬੇਟਾ ਇਹ ਸਾਡੇ ਸੈੱਲ ਨੂੰ ਇੱਕ ਸ਼ੇਪ ਪ੍ਰੋਵਾਈਡ ਕਰਦੀ ਹੈ। ਡੈਫੀਨੇਟ ਸ਼ੇਪ ਸੈੱਲ ਦੀ ਕਾਹਦੇ ਕਰਕੇ ਆਉਂਦੀ ਹੈ, ਸੈੱਲ ਵਾਲ ਕਰਕੇ ਹੁੰਦੀ ਹੈ। ਸੈੱਲ ਨੂੰ ਇਹ ਬੇਟਾ ਮਕੈਨੀਕਲ ਇੰਜਰੀਜ਼ ਤੋਂ, ਕਿਸੇ ਪ੍ਰਕਾਰ ਦੀ ਕੋਈ ਇਨਫੈਕਸ਼ਨ ਤੋਂ, ਉਹਦੇ ਤੋਂ ਪ੍ਰੋਟੈਕਟ ਕਰਦੀ ਹੈ। ਪਲਾਜ਼ਮੋਡੈਸਮੈਟਾ ਬਾਰੇ ਮੈਂ ਪੜ੍ਹਾਇਆ ਹੋਣੀ, ਇਸ ਕਰਕੇ ਸੈੱਲ ਵਾਲ ਦੇ ਥਰੂ ਸੈੱਲ ਟੂ ਸੈੱਲ ਇੰਟਰੈਕਸ਼ਨ ਵੀ ਹੋ ਸਕਦੀ ਹੈ। ਦੈਨ ਅਨਡਿਜ਼ਾਇਰੇਬਲ ਮਾਈਕਰੋਮੋਲੀਕਿਊਲ ਸੈੱਲ ਦੇ ਵਿੱਚ ਇੰਟਰ ਨਾ ਕਰ ਜਾਣ, ਉਹਦੇ ਲਈ ਵੀ ਸੈੱਲ ਵਾਲ ਜਿਹੜੀ ਪ੍ਰੋਟੈਕਸ਼ਨ ਦਿੰਦੀ ਹੈ। ਇਹਦਾ ਮਤਲਬ ਸੈੱਲ ਵਾਲ ਮੇਨਲੀ ਇੱਕ ਤਾਂ ਇਹਨੂੰ ਸ਼ੇਪ ਦਿੰਦੀ ਹੈ ਅਤੇ ਇੱਕ ਹੀ ਦੇ ਰਹੀ ਹੈ ਬੇਟਾ ਪ੍ਰੋਟੈਕਸ਼ਨ। ਸੋ ਇਹ ਸੀ ਸਾਡਾ ਅੱਜ ਦਾ ਦੂਸਰਾ ਪਾਰਟ, ਦੈਟ ਇਜ਼ ਸੈੱਲ ਵਾਲ। ਇਸ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਐਂਡੋਮੈਮਬਰੇਨ ਸਿਸਟਮ ਅਤੇ ਇਸ ਦੇ ਅੰਦਰ ਰਿਲੇਟਡ ਹੋਰ ਆਰਗੇਨਲਸ ਵੱਲ ਜਾਣਾ ਹੈ। ਬਟ ਬੇਟਾ ਅੱਜ ਜਿਹੜਾ ਸਾਡਾ ਲੈਕਚਰ ਹੈਗਾ, ਇਸ ਲੈਕਚਰ ਦੇ ਵਿੱਚ ਅਸੀਂ ਪਲਾਜ਼ਮਾ ਮੈਂਬਰੇਨ ਅਤੇ ਸੈੱਲ ਵਾਲ ਬਾਰੇ ਹੀ ਪੜ੍ਹਾਂਗੇ। ਅੱਜ ਤੁਸੀਂ ਇੰਨਾ ਪੜ੍ਹ ਲਓ, ਕੱਲ੍ਹ ਬੇਟਾ ਤੁਹਾਨੂੰ ਬਾਕੀ ਦੇ ਜਿਹੜੇ ਇਸ ਚੈਪਟਰ ਦੇ ਪੋਰਸ਼ਨ ਜਿਹੜਾ ਹੈਗਾ ਉਹ ਤੁਹਾਨੂੰ ਕਰਵਾਇਆ ਜਾਣਾ ਬੇਟਾ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ।